गुरमुख निस्तारा जो हर नाम ध्याए दे, ते जन परवाना तिन विटो नानक वारिया। सदा सदा कुर्बाना जो हर नाम ध्याए दे, ते जन परवाना तिन विटो नानक वारिया। सदा सदा कुर्बाना। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह जी की पावन पवित्र हजूरी अंदर गुरुद्वारा मंजी साहिब दीवान अस्थान विखे आप जी हाजरी पा रहे हो। सतगुरु श्री गुरु ग्रंथ साहिब महाराज जी ने अज सचखंड श्री हरमंदर साहिब तो जो शब्द समुची मानवता वास्ते बख्शिश कीता है, ये अमृत शब्द सतगुरु गुरु रामदास महाराज जी का उच्चारण किया होया है। इस शब्द अंदर गुरु रामदास जी गुरसिख प्रति गुरु प्रति और पार ब्रह्म परमेश्वर वाहिगुरु के संबंध विच सिख तो सलाह के बचन कर रहे हैं। आओ एक तो इस सारे शब्द के समय अनुसार अखरी अर्थ जिथे जरूरत भासेगी उसकी व्याख्या आप जरूर थोड़ी जी करांगे, क्योंकि हुक्म लंबेरा है। और दूसरा समय की वंड अनुसार अज कतक दे महीने की आरंभता भी है। उस अमृत बचन नूं जो सतगुरां दा साडे लई हुक्म है, 12 माह विचों उस महीने के भी आखिरी अर्थ और समय अनुसार आप उसकी व्याख्या करांगे। इस करके आप जितने हजूर के चरणों विच इस स्थान ते उपस्थित हो जां अपने घरां विच बैठे सरवण कर रहे हो, ये रोज़ाना 10 शब्द वरतदा है। इसका कोई अंतरीव अर्थ है। जितना मर्जी कोई सुगड़ बुलारा कीर्तनिया व्याख्याकार वक्ता होवे, पर यह गल चेते रखियो कि जिहड़ी संगत सानू सुन रही है, इस संगत विच परमात्मा आप वरसदा है। जिवें सतगुरां ने कहा, विच संगत हर प्रभ वसै जी। ये संगत की असीस मिल जाए तो सतगुरु की असीस हुंदी है। आप नाम रूपी असीस बख्शो, कोई रसना विरदी वांझी ना रहे। प्यार अदब सहित उच्चारण करो जी, सतनाम श्री वाहिगुरु जी।
ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ। ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਸ਼ਬਦ ਤਿਲੰਗ ਰਾਗ ਵਿੱਚ ਦਰਜ ਹੈ। ਇਉਂ ਅਰਜ਼ ਕਰਾਂ ਕਿ ਗੁਰੂ ਰਾਮਦਾਸ ਜੀ ਨੇ ਇਸ ਅੰਮ੍ਰਿਤ ਬਚਨ ਨੂੰ ਆਪਣੀ ਰਸਨਾ ਤੋਂ ਤਿਲੰਗ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਕੱਲ ਵੀ ਆਪਾਂ ਥੋੜਾ ਜਿਹਾ ਰਾਗਾਂ ਦਾ ਜ਼ਿਕਰ ਕੀਤਾ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਿਸ ਨੂੰ ਗੁਰਗੱਦੀ ਦਿੱਤੀ ਗਈ ਸਵਰੂਪ ਨੂੰ, ਉਸ ਵਿੱਚ 31 ਰਾਗ ਨੇ ਜਿਹੜੇ ਆਪਾਂ ਹੁਣ ਵੀ ਦਰਸ਼ਨ ਕਰਨੇ। 31 ਰਾਗਾਂ ਵਿੱਚੋਂ ਇੱਕ ਰਾਗ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰਫ ਉਸ ਦੀ ਵਰਤੋਂ ਕੀਤੀ, ਉਸ ਵਿੱਚ ਬਾਣੀ ਉਚਾਰਨ ਕੀਤੀ। ਉਸ ਰਾਗ ਨੂੰ ਆਪਾਂ ਜੈਜਾਵੰਤੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ। ਉਂਝ ਉਸ ਤੋਂ ਪਹਿਲਾਂ 30 ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਥਮ ਪ੍ਰਕਾਸ਼ ਹੋਇਆ ਹੈ। ਸਾਧ ਸੰਗਤ ਥੋੜਾ ਜਿਹਾ ਧਿਆਨ ਦਿਆ ਜੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇਹ ਬਖਸ਼ਿਸ਼ ਕੀਤੀ ਹੈ। 19 ਰਾਗ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਵਰਤੇ ਸਨ, ਜਾਂ ਜਿਨ੍ਹਾਂ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ, ਇੱਕ ਤਾਂ ਗੁਰੂ ਰਾਮਦਾਸ ਜੀ ਨੇ ਆਦਿ ਗੁਰੂ ਜੀ ਦੇ ਜਿਹੜੇ ਰਾਗ ਨੇ ਉਹਨਾਂ ਦੀ ਵਰਤੋਂ ਕੀਤੀ, ਉਹਨਾਂ ਵਿੱਚ ਬਾਣੀ ਉਚਾਰਨ ਕੀਤੀ। ਦੂਸਰਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੀ 11 ਰਾਗ ਆਪਣੇ ਕੋਲੋਂ ਹੋਰ ਲਏ ਆ। 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ, 11 ਰਾਗ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਹੋਰ ਲਏ, ਤੇ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ 30 ਰਾਗਾਂ ਦੇ ਵਿੱਚੋਂ ਹੀ ਆ ਰਾਗ ਤਿਲੰਗ ਹੈ, ਜਿਸ ਵਿੱਚ ਚੌਥੇ ਪਾਤਸ਼ਾਹ ਅੱਜ ਸਾਨੂੰ ਅਸੀਸ ਦਿੰਦੇ ਹਨ। ਹਰ ਕੀਆ ਕਥਾ ਕਹਾਣੀਆਂ, ਗੁਰ ਮੀਤ ਸੁਣਾਈਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਰੰਭ ਵਿੱਚ ਬਖਸ਼ਿਸ਼ ਕਰਦੇ ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ। ਹਰ ਦਾ ਲਫ਼ਜ਼ੀ ਅਰਥ ਭਾਵੇਂ ਕੋਸ਼ ਵਿੱਚ ਬਹੁਤ ਜ਼ਿਆਦਾ ਦਿੱਤੇ ਗਏ ਆ, ਪਰ ਅਸੀਂ ਸਿੱਧੇ ਅਰਥ ਗੁਰਬਾਣੀ ਵਿੱਚ ਜਦੋਂ ਇਹ ਸ਼ਬਦ ਹੁੰਦਾ ਹੈ ਤੇ ਇਹਦੇ ਅਰਥ ਅਸੀਂ ਹਰੀ, ਪ੍ਰਭੂ, ਪਰਮਾਤਮਾ, ਵਾਹਿਗੁਰੂ, ਪਰਮੇਸ਼ਰ ਕਰਨੇ ਆ। ਹਰ ਕੀਆਂ ਇਹਦਾ ਅਰਥ ਹੋ ਗਿਆ ਹਰੀ ਦੀਆਂ, ਪਰਮਾਤਮਾ ਦੀਆਂ। ਕਥਾ ਕਹਾਣੀਆਂ, ਪਾਰ ਬ੍ਰਹਮ ਪਰਮੇਸ਼ਵਰ ਦੀਆਂ ਕਥਾ, ਪਰਮਾਤਮਾ ਦੀਆਂ ਕਹਾਣੀਆਂ, ਉਹਦੀਆਂ ਸਿਫਤਾਂ ਦੇ ਬੋਲ ਮਹਾਰਾਜ ਕਹਿੰਦੇ ਨੇ ਗੁਰ ਮੀਤ ਸੁਣਾਈਆਂ। ਗੁਰ ਦਾ ਅਰਥ ਹੋ ਗਿਆ ਸਤਿਗੁਰੂ, ਤੇ ਮੀਤ ਦਾ ਅਰਥ ਹੈ ਮਿੱਤਰ ਨੇ। ਫਿਰ ਬੇਨਤੀ ਹੈ, ਤੱਤੇ ਨੂੰ ਸਿਹਾਰੀ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਰਾਮਦਾਸ ਕਹਿੰਦੇ ਨੇ ਖਰੀ ਪਰਮਾਤਮਾ ਦੀਆਂ ਕਥਾ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ, ਜਾਂ ਇਹਨੂੰ ਅਰਥ ਕਰੀਏ ਜੀ ਗੁਰੂ ਮਿੱਤਰ ਨੇ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਕਥਾ ਕਹਾਣੀਆਂ ਸੁਣਾਈਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਪੁਰਬ ਆਪਾਂ ਮਨਾਉਣ ਜਾ ਰਹੇ ਹਾਂ, ਉਂਝ ਤਾਂ ਇੱਥੇ ਰੋਜ਼ਾਨਾ ਹੀ 24 ਘੰਟੇ 8 ਪਹਿਰ ਹੀ ਅਗੰਮੀ ਰੂਹਾਨੀ ਖੇਡ ਵਰਤਦੀ ਹੈ। ਪਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਨੇ ਗੁਰੂ ਕਾਲ ਵਿੱਚ ਹਜ਼ੂਰ ਦੇ ਦੀਦਾਰ ਕੀਤੇ, ਜਦੋਂ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਰਾਮਦਾਸ ਦੇ ਦਰਸ਼ਨ ਕਰਨੇ, ਸ਼ਬਦਿਕ ਰੂਪ ਵਿੱਚ ਦਰਸ਼ਨ ਕਰਨੇ, ਤੇ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ, ਉਹਨਾਂ ਦਾ ਸਵਰੂਪ, ਉਹਨਾਂ ਦੇ ਅੰਦਰ ਦੀ ਅਵਸਥਾ, ਚਲੋ ਗੁਰੂ ਦੀ ਅਵਸਥਾ ਦਾ ਅੰਤ ਕੋਈ ਨਹੀਂ ਪਾ ਸਕਦਾ, ਪਰ ਸਾਨੂੰ ਸਮਝਣ ਵਾਸਤੇ, ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ
ਅੱਜ ਵੀ ਅਸੀਂ ਗੁਰੂ ਸਾਹਿਬ ਜੀ ਦੀ ਜਦੋਂ ਗੱਲ ਕਰਨੇ ਆ, ਇਤਿਹਾਸ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਇਹ 'ਚ ਕੋਈ ਸ਼ੱਕ ਨਹੀਂ, ਸਾਨੂੰ ਅਨਮਤ ਦੇ ਵਿਦਵਾਨਾਂ ਨੂੰ ਪੜ੍ਹਨਾ ਚਾਹੀਦਾ। ਪਰ ਅਕਸਰ ਜ਼ਿਆਦਾਤਰ ਬੰਦੇ ਉਹ ਕੀ ਕਰਨਗੇ, ਗੁਰੂ ਇਤਿਹਾਸ ਦੀ ਵਿਆਖਿਆ ਕਰਦੇ ਆ, ਯਾਦ ਰੱਖੋ ਅਨਮਤ ਦੇ ਬੰਦਿਆਂ ਨੂੰ ਪਹਿਲ ਦੇਣਗੇ, ਕੋਟ ਕਰ ਲੱਗੇ, ਫਲਾਣੇ ਅੰਗਰੇਜ਼ ਨੇ ਆਹ ਲਿਖਿਆ, ਫਲਾਣੇ ਮੁਸਲਮਾਨ ਨੇ ਆਹ ਲਿਖਿਆ। ਅਸੀਂ ਪ੍ਰਸੰਨ ਹੁੰਦੇ, ਚਾਹੀਦਾ ਵੀ ਹੈ ਕਿ ਜਿਨ੍ਹਾਂ ਗੁਰੂ ਦੀਆਂ ਸਿਫਤਾਂ ਲਿਖੀਆਂ ਉਹਨਾਂ ਦਾ ਜ਼ਿਕਰ ਕੀਤਾ ਜਾਏ, ਉਹਨਾਂ ਨੂੰ ਆਪਾਂ ਜ਼ਰੂਰ ਕੋਟ ਕਰੀਏ। ਪਰ ਹੱਥ ਜੋੜ ਕੇ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸਤਿਗੁਰਾਂ ਨੂੰ ਸੁਣਿਆ, ਜਿਨ੍ਹਾਂ ਨੂੰ ਸਤਿਗੁਰਾਂ ਦੀ ਸੰਗਤ ਦੀ ਛੂਹ ਮਿਲੀ, ਜਿਨ੍ਹਾਂ ਦੇ ਅੰਦਰ ਸਤਿਗੁਰੂ ਨੇ ਰੂਹਾਨੀ ਗਿਆਨ ਦਾ ਭੰਡਾਰਾ ਭਰ ਦਿੱਤਾ, ਉਹਨਾਂ ਦੇ ਬੋਲ ਪਹਿਲ ਦੇ ਆਧਾਰ ਤੇ ਸੰਗਤ ਨੂੰ ਸੁਣਾਈਏ। ਕਿਉਂਕਿ ਜਿਨ੍ਹਾਂ ਨੂੰ ਅਸੀਂ ਕੋਟ ਕਰ ਰਹੇ ਹਾਂ ਉਹਨਾਂ ਦੇਖਿਆ ਨਹੀਂ, ਪਰ ਜਦੋਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰੋਗੇ ਗੁਰਮੁਖੋ, ਉਹਨਾਂ ਨੇ ਗੁਰੂ ਨੂੰ ਨੇੜੇ ਹੋ ਕੇ ਦੇਖਿਆ। ਉਸ ਵਿੱਚ ਨੇ ਸਾਡੇ ਕੋਲ ਭੱਟ ਸਾਹਿਬਾਨ ਜੀ, ਉਸ ਵਿੱਚ ਨੇ ਸਾਡੇ ਕੋਲ ਗੁਰੂ ਸਾਹਿਬ ਦੇ ਰਬਾਬੀ ਬਾਬਾ ਸੱਤਾ ਔਰ ਬਲਵੰਡ ਜੀ, ਬਾਬਾ ਸ਼ਬਦ ਵਰਤੀ, ਚਲੋ ਉੱਥੇ ਤਾਂ ਇਹੀ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ ਚਸ਼ਮਦੀਦ ਗਵਾਹ ਨੇ ਉਸ ਵੇਲੇ ਦੇ। ਉਸ ਤੋਂ ਇਲਾਵਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਨਮਾਨਯੋਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਜਿਨ੍ਹਾਂ ਦਾ ਰਾਮ ਕਲੀ ਸਾਧੂ ਉਚਾਰਨ ਕੀਤਾ ਹੋਇਆ। ਉਸ ਤੋਂ ਅੱਗੇ ਚੱਲੋ, ਸਾਡੇ ਕੋਲ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਖੂਨ ਦਾ ਰਿਸ਼ਤਾ ਵੀ ਸੀ, ਪਰ ਸੱਚ ਇਹ ਨੇੜੇ ਹੋ ਕੇ ਦੇਖਿਆ, ਮਾਣਿਆ, ਸੁਣਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਤੇ ਗੁਰਸਿੱਖੋ ਉਹਨਾਂ ਨੇ ਸਿੱਖੀ ਕਮਾਈ ਤੇ ਉਹਨਾਂ ਨੂੰ ਸਤਿਗੁਰੂ ਦੀਆਂ ਅਸੀਸਾਂ ਪ੍ਰਾਪਤ ਹੋਈਆਂ। ਉਹਨਾਂ ਨੇ ਵੀ ਹਜ਼ੂਰ ਦੀ ਸਿਫਤ ਵਿੱਚ ਬੋਲ ਲਿਖੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ। ਉਸ ਤੋਂ ਬਾਅਦ ਸਾਡੇ ਕੋਲ ਨੇ ਦਸ਼ਮੇਸ਼ ਸਤਿਗੁਰੂ ਜੀ ਦੇ ਬਚਨ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਉਸ ਵਿੱਚੋਂ ਸਾਨੂੰ ਜ਼ਿਕਰ ਮਿਲੇਗਾ। ਉਸ ਤੋਂ ਬਾਅਦ ਨੇ ਸਾਡੇ ਕੋਲ ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੀ ਰਚਨਾ ਭਾਵੇਂ ਫਾਰਸੀ 'ਚ ਹੈ ਜ਼ਿਆਦਾ, ਪਰ ਗੁਰੂ ਦੀ ਸਿਫਤ ਵਿੱਚ ਉਹਨਾਂ ਦੇ ਬੋਲ ਨੇ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਆਪ ਜੀ ਸਵਈਏ ਪੜ੍ਹਦੇ ਸੁਣਦੇ। ਅੱਜ ਦੋ ਤੁਕਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਕਿ ਗੁਰੂ ਰਾਮਦਾਸ ਜੀ ਕੀ ਨੇ। ਭੱਟ ਸਾਹਿਬ ਜੀ ਕਹਿੰਦੇ ਨੇ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਤ ਤਤ ਸਮਤ ਸਰੇ। ਇਹ ਸ਼ਬਦ ਫਿਰ ਆਪ ਜੀ ਸੁਣਿਓ, ਹਰ ਨਾਮ ਰਸਿਕ, ਕਿ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨਾਮ ਦੇ ਰਸੀਏ ਨੇ, ਉਹ ਨਾਮ ਦੇ ਰਸਕ ਨੇ, ਉਹ ਨਾਮ ਦਾ ਰਸ ਮਾਣਦੇ ਨੇ, ਉਹ ਨਾਮ ਦੇ ਰਸ ਦੇ ਵਿੱਚ ਭਰਪੂਰ ਨੇ, ਸੱਚਮੁੱਚ ਭਿੱਜੇ ਹੋਏ ਨੇ। ਹਰ ਨਾਮ ਰਸਿਕ, ਨਾਮ ਦੇ ਰਸੀਏ ਨੇ। ਗੋਬਿੰਦ ਗੁਣ ਗਾਹਕ, ਗੋਬਿੰਦ ਦਾ ਅਰਥ ਹੈ ਪਰਮਾਤਮਾ, ਗਾਹਕ ਦਾ ਅਰਥ ਹੈ ਚਾਹਵਾਨ, ਖਰੀਦਣ ਵਾਲਾ ਜੀ, ਵਪਾਰ ਕਰਨ ਵਾਲਾ। ਗੁਰੂ ਰਾਮਦਾਸ ਪਰਮਾਤਮਾ ਦੇ ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੀ ਵਣਜ ਕਰਨ ਵਾਲੇ ਨੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਗ੍ਰਾਹਕ ਨੇ ਨਾਮ ਗੁਣਾਂ ਦੇ। ਚਾਹਕ ਤਤ, ਚਾਹਕ ਦਰ ਤੇ ਚਾਉਣ ਵਾਲੇ, ਤੇ ਤਤ ਦਾ ਲਫ਼ਜ਼ੀ ਅਰਥ ਕਰਾਂਗੇ ਬ੍ਰਹਮ ਪਰਮਾਤਮਾ ਵਾਹਿਗੁਰੂ। ਗੁਰੂ ਰਾਮਦਾਸ ਨਾਮ ਕੇ ਰਸੀਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਰਮਾਤਮਾ ਦੇ ਗੁਣਾਂ ਦੇ ਵਪਾਰੀ। ਤੇ ਤੀਸਰਾ ਬਚਨ ਕਿ ਗੁਰੂ ਰਾਮਦਾਸ ਤਤ ਪਰਮਾਤਮਾ ਦੇ ਚਾਉਣ ਵਾਲੇ ਨੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਅੱਗੇ ਚਾਹਕ ਤਤ ਸਮਤ ਸਰੇ। ਸਮਤ ਸਰੇ ਦਾ ਅਰਥ ਹੈ ਸਭ ਨੂੰ ਸਮ ਦ੍ਰਿਸ਼ਟੀ ਨਾਲ ਦੇਖਣ ਵਾਲੇ। ਉਹਨਾਂ ਦੀ ਨਜ਼ਰ ਵਿੱਚ ਕੋਈ ਦਵੈਸ਼ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਮੇਰ ਤੇਰ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਦੁਜੈਗੀ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਦੂਜਾ ਭਾਵ ਨਹੀਂ। ਸੱਚ ਇਹ ਵੇ ਕਿ ਗੁਰੂ ਰਾਮਦਾਸ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ। ਚਾਰ ਬਚਨ ਆਪਾਂ ਪੜ੍ਹੇ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਅੱਗੇ ਭੱਟ ਸਾਹਿਬ ਜੀ ਕਹਿੰਦੇ ਕਵ ਕਲ ਠਾਕੁਰ। ਭੱਟ ਕਲ ਜੀ ਕਹਿ ਰਹੇ ਠਾਕੁਰ ਦਾ ਅਰਥ ਸੁਆਮੀ ਮਾਲਕ। ਕਵ ਕਲ ਠਾਕੁਰ ਹਰ ਦਾਸ ਤਨੇ,
ਹਰਦਾਸ ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ ਤੇ ਤਨੇ ਦਾ ਅਰਥ ਹੈ ਪੁੱਤਰ। ਇਹਦਾ ਅਰਥ ਹੋ ਗਿਆ ਨਾਮ ਦੇ ਰਸੀਏ, ਗੋਬਿੰਦ ਦੇ ਗੁਣਾਂ ਦੇ ਵਪਾਰੀ, ਤਤ ਪਰਮਾਤਮਾ ਨੂੰ ਚਾਹੁਣ ਵਾਲੇ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ। ਸੱਚ ਇਹ ਵੇ ਕਿ ਬਾਬਾ ਹਰਦਾਸ ਜੀ ਉਹਨਾਂ ਦੇ ਪੁੱਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਵ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ। ਇਸ ਬੇਨਤੀ ਨੂੰ ਸੁਣਿਓ ਕਿਉਂਕਿ ਅਸੀਂ ਸਿਰਫ ਅੱਜ ਅੱਖਰੀ ਅਰਥੀ ਕਰਨੇ। ਮਹਾਰਾਜ ਕਹਿ ਰਹੇ ਨੇ, ਭੱਟ ਜੀ ਕਹਿ ਰਹੇ ਉਹਨਾਂ ਚਸ਼ਮਦੀਦ ਗਵਾਹ ਨੇ, ਉਹਨਾਂ ਤੋਂ ਪੁੱਛ ਕੇ ਦੇਖੋ। ਉਹ ਕਹਿ ਰਹੇ ਨੇ ਭਾਈ ਗੁਰਸਿੱਖੋ, ਬਾਬਾ ਠਾਕੁਰ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ ਇੰਨੀਆਂ ਰਹਿਮਤਾਂ ਦੇ ਮਾਲਕ ਨੇ, ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ, ਉਹ ਕਾਲੀ ਗਿਰਦਿਆਂ ਨੂੰ ਭਰਨ ਵਾਲੇ ਨੇ, ਜਿਹੜੇ ਅੰਦਰ ਨਾਮ ਤੋਂ ਸੁੱਕ ਚੁੱਕੇ ਨੇ, ਜਿਹੜੇ ਨਾਮ ਤੋਂ ਵਿਰਵੇ ਹੋ ਗਿਆ। ਧੰਨ ਗੁਰੂ ਰਾਮਦਾਸ ਜਦੋਂ ਅੰਮ੍ਰਿਤ ਦ੍ਰਿਸ਼ਟ ਕਰਦੇ ਨੇ, ਅੰਦਰ ਦੇ ਸਰੋਵਰ ਵੀ ਨਾਮ ਦੇ ਨਾਲ ਭਰ ਦਿੰਦੇ। ਮਹਾਰਾਜ ਉਹਨਾਂ ਨੇ ਦੇਖਿਆ ਕਿ ਭੱਟਾਂ ਨੇ, ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਝ ਸਰੇ, ਕਵ ਕੱਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਪਾਰ ਭਰੇ। ਐਸੇ ਗੁਰੂ ਰਾਮਦਾਸ ਰਸੀਏ ਨੇ। ਤੇ ਹੁਣ ਸ਼ਬਦ ਕਹਿੰਦੇ ਨੇ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਗੁਰੂ ਦੀ ਸਿਫਤ ਕਰ ਰਹੇ ਆ ਕਿ ਹਰ ਕੀਆਂ ਕਥਾ ਕਹਾਣੀਆਂ, ਪਰਮਾਤਮਾ ਦੀਆਂ ਕਥਾ, ਪਰਮਾਤਮਾ ਦੀਆਂ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ। ਗੁਰੂ ਮਿੱਤਰ ਨੇ ਦੱਸਿਆ ਪਰਮਾਤਮਾ ਐਸੇ ਨੇ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ ਨੂੰ ਵੀ ਕਿਹਾ ਜਾਂਦਾ ਤੂੰ ਰੱਬ ਦੀ ਗੱਲ ਸੁਣਾ। ਆਪ ਜੀ ਪੜ੍ਹਦੇ ਹੋ ਬਾਣੀ ਵਿੱਚ ਇੱਕ ਬਚਨ ਹੁੰਦਾ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ। ਇਹਦੇ ਵਿੱਚ ਵੀ ਕਿਹਾ ਆਓ ਕਥਾ ਕਹਾਣੀਆਂ ਕਰੀਏ। ਮਹਾਰਾਜ ਦਾ ਇੱਕ ਬਚਨ ਹੁੰਦਾ, ਆਵੋ ਭੈਣੇ ਗੱਲ ਮਿਲੈ ਅੰਕ ਸਖੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਂ। ਆਪਣੇ ਸਮਰੱਥ ਪਰਮਾਤਮਾ ਦੀ ਕਥਾ ਕਹਾਣੀ ਕਰੀਏ, ਉਹਨੂੰ ਸੁਣੀਏ। ਇੱਥੇ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਾਂ। ਉਂਝ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 17 ਰਾਗਾਂ ਵਿੱਚ ਦਰਜ ਹੈ। ਉਹਨਾਂ ਦੇ ਕੁਝ ਵਾਰਤਕ ਬੋਲ ਨੇ, ਸਾਡੇ ਵਿਦਵਾਨ ਸੱਜਣਾ ਨੇ ਉਹ ਸੰਗ੍ਰਹਿ ਕੀਤੇ ਹੋਏ ਨੇ। ਉਸ ਵਿੱਚ ਕੁਝ ਬੇਨਤੀ ਹੈ ਕਿ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਬਚਨ ਕਰਦੇ ਆ। 2-3 ਮੈਂ ਗੱਲਾਂ ਆਪਣਾ ਸਾਂਝੀਆਂ ਕਰਨੀਆਂ ਨੇ। ਉਹ ਉੱਥੇ ਲਿਖਦੇ ਨੇ, ਗੁਰੂ ਜੀ ਕਾ ਆਖਣਾ ਹੈ, ਗੱਲ ਕਰ ਰਹੇ ਹਾਂ ਕਥਾ ਕਹਾਣੀਆਂ ਦੀ। ਗੁਰੂ ਜੀ ਕਾ ਆਖਣਾ ਹੈ, ਇਹਦਾ ਮਤਲਬ ਗੁਰੂ ਅਮਰਦਾਸ ਦਾ ਕਹਿਣਾ ਹੈ, ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ। ਕਿ ਗੁਰੂ ਅਮਰਦਾਸ ਦਾ ਕਹਿਣਾ ਹੈ ਕਿ ਅੰਨ ਉਦੋਂ ਖਾਣਾ ਜਦੋਂ ਭੁੱਖ ਲੱਗੇ, ਭਰੇ ਹੋਏ ਪੇਟ ਤੇ ਜੀਵ ਦੀ ਸਵਾਦ ਦੀ ਖਾਤਰ ਭਰਨਾ ਨਹੀਂ। ਕਿਉਂਕਿ ਪੇਟ ਤਾਂ ਕਈ ਵਾਰੀ ਰੱਜ ਜਾਂਦਾ, ਆ ਨਿੱਕਾ ਜਿਹਾ ਜਿਹੜਾ ਜੀਵ ਦਾ ਮਾਸ ਦਾ ਟੁਕੜਾ ਇਹ ਨਹੀਂ ਰੱਜਦਾ ਛੇਤੀ, ਢਿੱਡ ਭਰਿਆ ਹੁੰਦਾ ਫਿਰ ਵੀ ਸਵਾਦ ਪਿੱਛੇ ਕਹਿੰਦਾ ਚਲੋ ਕੋਈ ਨਹੀਂ ਜੀ ਤੁਸਾਂ ਕਿ ਆਪਾਂ ਖਾ ਹੀ ਲੈਨੇ। ਉਹ ਤੁਸਾਂ ਕਰਕੇ ਨਹੀਂ, ਉਹ ਅਸਾਂ ਕਰਕੇ, ਆਪਣੀ ਜੀਵ ਕਰਕੇ ਖਾਂਦਾ। ਉੱਥੇ ਲਿਖਿਆ ਗੁਰੂ ਜੀ ਕਾ ਆਖਣਾ ਹੈ ਕਿ ਅੰਨ ਭੁੱਖ ਲੱਗੀ ਜੇਵਣਾ ਭਰੇ ਤੇ ਭਰਨਾ ਨਹੀਂ। ਸੌਣਾ ਤਾਂ ਜਾਂ ਨੀਂਦ ਆਏ, ਬਹੁਰਾ ਬਹੁਤਾ ਸੌਣਾ ਗਾਫਲਤਾਈ ਹੈ। ਆ ਬੜੇ ਸੌਖੇ ਜਿਹੇ ਸ਼ਬਦ ਨੇ ਜੀ। ਸੌਣਾ ਤਾਂ ਜੇ ਨੀਂਦ ਆਏ, ਬਹੁਤਾ ਸੌਣਾ ਗਾਫਲਤਾਈ ਹੈ। ਅਕੈ ਬਾਣੀ ਪੜ੍ਹਨੀ, ਅਕੈ ਨਾਮ ਜਪਣਾ, ਇਹ ਗੁਰੂ ਕਾ ਆਖਣਾ ਹੈ। ਇਹਦਾ ਅਰਥ ਹੋ ਗਿਆ ਕਿ ਬਾਣੀ ਪੜ੍ਹਨੀ, ਅਕੈ ਨਾਮ ਜਪਣਾ, ਅਕੈ ਗੁਰੂ ਦੀਆਂ ਗੱਲਾਂ ਕਰਨੀਆਂ। ਇਹਦਾ ਮਤਲਬ ਕਿ ਬਾਣੀ ਪੜ੍ਹੋ, ਨਾਮ ਜਪੋ, ਜਿੱਥੇ ਇਕੱਠੇ ਹੋਵੇ ਗੁਰਮੁਖੋ ਉੱਥੇ ਫਿਰ ਗੁਰੂ ਦੀਆਂ ਕਥਾ ਕਹਾਣੀਆਂ ਕਰੀਏ, ਗੁਰੂ ਦੀਆਂ ਸਿਫਤਾਂ ਕਰੀਏ। ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਖਰੀ ਦੀਆਂ ਕਥਾ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਹਨ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਇਸ ਸਤਿਗੁਰੂ ਜੀ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਫਿਰ ਕਹਿੰਦੇ ਨੇ ਗੁਰ ਕੋ ਬਲ ਜਾਈਆਂ, ਦੁਬਾਰਾ ਫਿਰ ਕਹਿ ਰਹੇ ਨੇ ਆਪਣੇ ਸਤਿਗੁਰੂ ਤੋਂ, ਗੁਰੂ ਤੋਂ ਬਲਿਹਾਰ ਜਾਂਦਾ ਖਾਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਅੱਗੇ ਫਿਰ ਬਚਨ ਕਰਦੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ। ਗੁਰਮੁਖੋ
एदू वड्डी मोहब्बत, एदू वड्डा प्यार, एदू वड्डा निग किसे भी गोर दा नहीं देना जिन्ना धन गुरु रामदास सिख नूं निग दे रहे हैं। महाराज कहते हैं आए मिल गुर सिख आए मिल, क्योंकि शब्दावली बड़ी सरल है, अर्थ ना भी करांगा समझ पै रही है, पर कथा के हिसाब नाल ਇਹਦਾ अर्थ हो गया आ गुरसिखा तू आके मिल मैनू मिल। ते केड़ा गुरसिख अगे हजूर बख्शिश कर देगा, तू मेरे गुरु के प्यारे। गुरसिखा मैनू आके मिल। अगला बचन कौन, तू मेरे गुरु दा प्यारा है, तेनू मेरा गुरु प्यार करदा है। ते जिन्नू गुरु प्यार करदा है गुरमुखो ओनू गुरु रामदास आवाज़ां मारदे कि आए मिल गुरसिख, आए मिल तू मेरे गुरु के प्यारे, हे मेरे गुरु दे प्यारे गुरसिखा तू मैनू आके मिल। ये वैसे रहाओ दे बचन ने शब्द इहदा मतलब कि केंद्री भाव कह लीए। गुरमुखो भावें सिख शब्द गुरसिख शब्द असी अक्सर अपनी रसना तो वरतने, क्योंकि साडे नाल जुड़िया भी है कि सिख पंथ जा वरतने सिख धर्म शब्द किया जाता है। पर मैं बेनती करा असल विच उंज सिख शब्द महाराज जी ने वरतिया, पहला गुरु नानक साहब ने भी वरतिया कि मत विच रतन जवाहर मानक जे एक गुर की सिख सुनी, उत्थे सिख का लफ्जी अर्थ सिक्ख्या है जां गुरु का उपदेश है। गुरु अमरदास ने सिख लफ्ज की वरतों की, आवो सिख सतगुरु के प्यारिओ गावो सच्ची बाणी, सिख शब्द वरतिया। उन्हां दा एक होर वचन है कि जे को सिख गुरु सेती सन्मुख होवै होवै तां सन्मुख सिख कोई जियो रहे गुर नाले। ਇਹਦਾ मतलब गुरु नानक साहब जी धन गुरु अमरदास महाराज सिख लफ्ज की वरतों कर रहे आ, पर धन गुरु रामदास जी ने एक होर किरपा की। महाराज गुरु रामदास जी ने पहली बार ये शब्द वरता सिख का रोजाना रूहानी जीवन की है। चलो अखरी अर्थ सीधे ने भी गुरु के सिखा मैनू आ मिल मेरे गुरु दे प्यारे। गुरमुखो गुरु दे प्यारे कह आए मिल गुरसिख आए मिल तू मेरे गुरु के प्यारे। ये मैं लफ्जी अर्थ गुरु दे प्यारे कर रहा, शब्द तो केव है ना कि तू मैनू आके मिल। मैं अर्ज करा सब तो पहला गुरु रामदास जी ने सिख की परिभाषा अपनी बाणी भी दिती, गुरसिख कौन है। उंज लफ्जी अर्थ बड़े सौखे ने जी, गुरसिख का अर्थ गुरु का सिख, सिख का अर्थ एक बारी मैं किया सी, साडे सज्जन ये भी करदे आ, विद्यार्थी जां स्टूडेंट जां चेला चाटड़ा जां शिष्य शब्द वरतने असी शिष्य कहने। अर्ज है गुरु शब्द भी आउंदा ते गुरु के अर्थ भी कोश विच अनेकां मिलदे। उन जदों साडे सज्जन कई बारी करन लगदे आ किसी तर्क नहीं, जिवें गुरु दा टीचर मास्टर उस्ताद हुनर सिखाने वाला, पर गुरमुखो गुरु ग्रंथ साहिब विच गुरु दे अर्थ केवल बौद्धिक तौर पर ज्ञान देने वाला नहीं, गुरु जी दे अर्थ केवल मास्टर टीचर नहीं। सच ये वे कि गुरु ग्रंथ साहिब कहते ने कि जिसनूं तू मत्था टेकना इस सतगुरु विच परमेश्वर आप वरतदा है। फिर अर्ज सुनियो गुरु दे विच परमात्मा वरतदा है। जिवें आपां पाठ कर रहे हैं हजूर सच्चे पातशाह महाराज जी की बाणी विच महाराज जी ने कहा कि बिन सतगुरु किने ना पाया, बिन सतगुरु किने ना पायो। महाराज कहने कि उस परमात्मा नूं वैगुरु नूं बिन सतगुरु किने ना पायो, बिन सतगुरु किने ना पाया। सतगुर विच आप रख्योन कर प्रगट आप सुनाया। ये उच्ची आवाज़ विच प्रगट करके कह दिता भाई सतगुरु का अर्थ केवल मास्टर सच्चा गुरु ना करिए, इसका परिभाषिक अर्थ है जिस विच परमात्मा आप वरतदा। यही कारण कि गुरु घर के रबाबियां ने गुरु रामदास जी की जदों सिफत की ना, उस विच उन्होंने शब्द वरते। अदे अर्थ वैसे आने वाले दिनों च करांगे, धन धन रामदास गुर जिन सिरिया तिने सवारिया, पूरी होई करामात आप सिरजनहारै धारिया। आप सिरजनहारै धारिया, सिखी अतै संगति पार ब्रह्म कर नमस्कारिया।
सीधी गल जी, गुरु ग्रंथ साहिब विच गुरु ओ वे जेड़ा सूके खरे किए खिन माहे, अमृत दृष्ट संच जीवाहे। गुरु ग्रंथ साहिब च गुरु दी ओ उच्चता है कि बलहारी गुर अपनी द्योहाड़ी सदवार, जिन मानस ते देवते किए करत न लागी वाह। मैं संखेप अर्ज करा, सब तो पहला गुरु रामदास जी ने गुरसिख कौन है वो श्लोक गौड़ी की वार विच दर्ज किया। अर्थ उहदे बड़े सरल ने, बस ऐसे गुरसिख नूं बुलाया कि ओ सिख जिहड़ा गुर सतगुरु का जो सिख अखाए, सो भलकै उठ हर नाम ध्यावै, उद्यम करे भलके प्रभाती, इशनान करे अमृत सरनावै। फिर महाराज कहते ने, उपदेश गुरु हर हर जप जापै, सब किलविक पाप दोख लै जावै। महाराज कहते फिर चढ़े दिवस गुरबाणी गावै, बहिंदियां उठदियां हर नाम ध्यावे आ गुरसिख। फिर चढ़े दिवस गुरबाणी गावै, बहिंदियां उठदियां हर नाम ध्यावै। जो सांस गिरास ध्याए मेरा हर हर, सो गुरसिख गुरु मन पावै। जिसनूं दयाल होवै मेरा स्वामी, तिस गुरसिख गुरु उपदेश सुनावै। जन नानक धूड़ मंगै तिस गुरसिख की, जो आप जपै अवरै नाम जपा। आ है गुरु का प्यारा। मैं थोड़ा जिहा इशारा तां कीता, तो सारी मैं भी कहना, मेरे तो वड्डा कोई नहीं। महाराज गुरु रामदास एक नाल गल कह रहा, आए मिल गुरसिख आए मिल, तू मेरे गुरु के प्यारे। मेरे प्यारे गुरु के सिखा मैनू आके मिल। तो मैं आपनूं बेनती की, गुरसिख हो जिहदे अंदर सांस गिरास नाम चलदा है। गुरसिख हो जिहड़ा दुकान ते खेतां विच किते भी होवे, बैठिया उठिया केवल गुरु गुरु जपदा है। गुरसिख ओ जिहड़ा रोजाना अमृत वेले की संभाल करदा है। गुरसिख हो जिहड़ा बैठ के गुरु दे दिते कोई गुरमंत्र की अभ्यास करदा है। महाराज कहते सिख आ मिल तू सानू। इत्थे एक होर बेनती, पुरातन समय में सिखां दा आपसी बड़ा प्यार सी, बहुत मुहब्बत सी। चलो समय दे नाल कई बारी सोका पै जांदा है, धड़ेबंदियां उठ खलोंदियां ने, आपो आप नूं प्रमोट करन दा पूरा यतन किया जाता है। उंज वैसे पुराने समय मैं एक दिन सुनाया सी कि 4 मिले 64 खिले, मिले 20 कर जोर, गुरसिख को गुरसिख मिले, खिले है 7 करोड़। मैनू याद मैं एक बार इतनी कथा च क्या, मैं रिपीट कर लगा। 4 मिले का गिनती है, 64 खिले, मिले 20 कर जोर, गुरसिख को गुरसिख मिले, खिले है 7 करोड़। 4 मिले का लफ्जी अर्थ, ये अर्थ ने एक सिख तुरया जा रहा है तो अचनचेत सामने मोड़ तो कहो या रस्ते में दूजा सिख मिल गया। हुण दोनों सिखां दे 2-2 नेत्र ने, 4 मिले। एक ने एक दे चेहरे नूं देखिया, दूजे ने दूजे नूं देखिया, ते इन्हां दोनों दियां 4 अखां आपस विच मिल गईयां। इहदा मतलब 4 नेत्र मिल गए। 4 मिले 64 खिले, अगे 64 दर ते 64 दंद ने मूँह च। जदों अखां मिलियां ते ये नहीं मत्थे ते वट पा लिया, नहीं गुरमुखो खिड़ गया मत्था। ते इक्को दम जदों वेख के मुस्कराए ते कहन लगे 32 दंद दोनों दे अनार दे दाणियां वर्गे खेड़े विच आ गए। सिख सिख नूं मिल के हसन लगदा, मुस्करांदा है। 4 मिले 64 खिले, अगे है मिले 20 कर जोर, कर दर ते हथ। जदों दोनों ने देखिया आपस मुस्कराए ते आपस में फतेह बुलान लगे, दोनों के हथ जुड़ गए। उंज चलो अजकल तो है ना हथ हुत मिलान लग पाया, उंज गुरसिखी च असीं देखने कि हथ जोड़ के फतेह ही बुलाई जाती है। महाराज कहते उस सज्जन लिखते आ कि मिले 20 कर जोर जदों हथ जोड़े तो दोनों दियां 10-10 उंगलां 20 जुड़ गई। फिर सुनियो, 4 मिले 64 खिले, मिले 20 कर जोर, गुरसिख को गुरसिख मिले, खिले है 7 करोड़। हुण 7 करोड़ की है? वैसे पुराने शास्त्र कहते आ कि एक बंदे दे शरीर दे रोम 3.5 करोड़ होंदे आ। मैं बेनती करांगा इस दी गिनती जी लई। खिले महाराज कहते आ, कह रहे हैं 3.5 करोड़ एक दा, 3.5 करोड़ एक दा। मिले 20 कर जो, गुरसिख को गुरसिख मिले, खिले है 7 करोड़
7 ਕਰੋੜ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਣ ਲੱਗ ਪਈ। ਆਪਸ ਵਿੱਚ ਮਿਲੇ, ਇਹ ਹੈ ਗੁਰਸਿੱਖ ਕੀ ਮਿਲਣੀ। ਮਹਾਰਾਜ ਕਹਿੰਦੇ ਨੇ ਮੈਨੂੰ ਗੁਰੂ ਕੇ ਸਿੱਖਾਂ ਆ ਮਿਲ, ਆਏ ਮਿਲ ਗੁਰਸਿੱਖ ਆਏ ਮਿਲ। ਤੂੰ ਮੇਰੇ ਗੁਰੂ ਕੇ ਪਿਆਰੇ, ਤੁਸੀਂ ਮੈਨੂੰ ਆ ਕੇ ਮਿਲੋ। ਇਹ ਰਹਾਉ ਦੇ ਬਚਨ ਹਨ। ਰਹਾਉ ਹਰ ਕੇ ਗੁਣ ਹਰ ਪਾਵੰਦੇ, ਸੇ ਗੁਰੂ ਤੇ ਪਾਏ। ਹਰ ਕੇ ਗੁਣ ਹਰ ਭਾਵੰਦੇ, ਇਹਦਾ ਮਤਲਬ ਹੋ ਗਿਆ, ਅਰਥ ਹੈ ਹਰੀ ਦੇ ਗੁਣ ਹੀ ਹਰੀ ਨੂੰ ਚੰਗੇ ਲੱਗਦੇ ਆ। ਅਖਰੀ ਅਰਥ ਇਹ ਨੇ। ਭਾਵ ਅਰਥ ਇਹ ਹੈ ਕਿ ਜੇ ਪਰਮਾਤਮਾ ਨੂੰ ਰਿਝਾਣਾ ਹੈ ਤੇ ਉਹਦੇ ਗੁਣਾਂ ਦੀਆਂ ਸਿਫਤਾਂ ਕਰੋ, ਸਿਫਤ ਹੀ ਉਹਨੂੰ ਚੰਗੀ ਲੱਗਦੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਗੁਣ ਪਰਮਾਤਮਾ ਨੂੰ ਭਾਉਂਦੇ ਆ, ਉਹ ਸੀ ਸਤਿਗੁਰਾਂ ਤੋਂ ਮਿਲੇ ਨੇ, ਉਹ ਗੁਰੂ ਨੇ ਬਖਸ਼ਿਸ਼ ਕੀਤੇ ਹਨ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਤੇ ਜਿਸ ਗੁਰਸਿੱਖ ਨੇ ਆਪਣੇ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨ ਲਿਆ, ਜੋ ਗੁਰੂ ਜੀ ਨੇ ਹੁਕਮ ਕੀਤਾ, ਕੋਈ ਤਰਕ ਨਹੀਂ ਕੀਤਾ, ਕੋਈ ਕਟਾਕਸ਼ ਨਹੀਂ ਕੀਤਾ, ਬਸ ਸਤ ਬਚਨ ਕਰਕੇ ਸੀਸ ਝੁਕਾ ਦਿੱਤਾ। ਮਹਾਰਾਜ ਕਹਿੰਦੇ ਗੁਰੂ ਦੇ ਭਾਣੇ ਵਿੱਚ ਰਹਿਣ ਵਾਲਿਓ, ਹੁਕਮੀ ਗੁਰਸਿੱਖੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕੋ ਹੋ ਵਾਰੀ। ਹਜ਼ੂਰ ਕਹਿੰਦੇ ਨੇ ਗੁਰਸਿੱਖੋ, ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਆਪਣੇ ਨੇਤਰਾਂ ਨਾਲ ਦੇਖਿਆ, ਮੈਂ ਉਹਨਾਂ ਦਰਸ਼ਨ ਕਰਨ ਵਾਲੇ ਗੁਰਸਿੱਖਾਂ ਤੋਂ ਵੀ ਵਾਰਨੇ ਬਲਿਹਾਰ ਨੇ ਕੁਰਬਾਨ ਜਾਂਦਾ ਹਾਂ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਨੌਕਰੀ ਕੀਤੀ, ਚਾਕਰੀ ਕੀਤੀ, ਤੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਮੈਂ ਉਹਨਾਂ ਤੋਂ ਸਦਾ ਲਈ ਬਲਿਹਾਰ ਜਾਣਾ। ਵੇਖੋ, ਇੱਕ ਤਾਂ ਚਾਕਰੀ ਦਾ ਮਤਲਬ ਹੁੰਦਾ ਵੀ ਜਿਵੇਂ ਕੋਈ ਗੁਰਦੁਆਰੇ ਨੌਕਰੀ ਕਰ ਰਿਹਾ ਹੈ ਤਾਂ ਸਾਰਾ ਸਿਸਟਮ, ਭਾਵੇਂ ਕੋਈ ਦਫ਼ਤਰ ਵਿੱਚ ਬੈਠਾ ਹੈ, ਭਾਵੇਂ ਕੋਈ ਚੌਬਦਾਰ ਹੈ, ਕਿਸੇ ਗੁਰੂ ਘਰ ਵਿੱਚ ਵੀ, ਇਹ ਵੀ ਤਾਂ ਇੱਕ ਚਾਕਰੀ ਹੈ। ਪਰ ਇਹਦਾ ਅੰਤਰੀਵ ਅਰਥ ਕੱਲਾ ਤਨਖਾਹ ਵਾਲੀ ਚਾਕਰੀ ਨਹੀਂ। ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਸਿਮਰਨ ਦੀ ਚਾਕਰੀ ਕੀਤੀ, ਜਿਨ੍ਹਾਂ ਨੇ ਸਤਿਗੁਰੂ ਨੂੰ ਰਿਝਾਣ ਵਾਸਤੇ ਚਾਕਰੀ ਕੀਤੀ। ਚਾਕਰੀ ਦਾ ਮਤਲਬ ਕਿ ਉਹਦੀ ਨੌਕਰੀ ਉਹਦੇ ਹੀ ਸਨਮੁਖ ਹੋ ਗਏ। ਜਿਨ੍ਹਾਂ ਨੇ ਨਾਮ ਜਪਿਆ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਚਾਕਰੀ ਕੀਤੀ ਹੈ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਨ ਹਾਰਾ। ਅੱਗੇ ਹੁਣ ਸਤਿਗੁਰੂ ਹਰੀ ਜੀ ਨੂੰ ਸੰਬੋਧਨ ਕਰ ਰਹੇ ਨੇ ਕਿ ਹੇ ਹਰੀ ਪਰਮਾਤਮਾ ਜੀ, ਵਾਹਿਗੁਰੂ ਜੀ, ਤੁਹਾਡਾ ਜਿਹੜਾ ਨਾਮ ਹੈ ਨਾ, ਇਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਦੁੱਖਾਂ ਨੂੰ ਮੇਟਣ ਵਾਲਾ ਹੈ। ਗੁਰ ਸੇਵਾ ਤੇ ਪਾਈਐ, ਗੁਰਮੁਖ ਨਿਸਤਾਰਾ। ਗੁਰੂ ਦੀ ਸੇਵਾ ਕੀਤਿਆਂ, ਗੁਰੂ ਜੀ ਦੇ ਸਨਮੁਖ ਰਿਆਂ, ਇਸ ਭਵ ਸਾਗਰ ਤੋਂ ਨਿਸਤਾਰਾ ਹੋ ਜਾਂਦਾ, ਪਾਰ ਹੋ ਜਾਈਦਾ। ਇਹਦਾ ਮਤਲਬ ਪ੍ਰਭੂ ਤੁਹਾਡਾ ਨਾਮ ਦੁੱਖ ਮੇਟਣ ਵਾਲਾ ਹੈ। ਗੁਰੂ ਦੀ ਸੇਵਾ ਕੋਈ ਕਰੇ, ਚਿੱਤ ਲਾ ਕੇ ਕਰੇ। ਮੇਰੀ ਬੇਨਤੀ, ਚਿੱਤ ਲਾਉਣ ਦਾ ਮਤਲਬ ਕਿ ਫਿਜ਼ੀਕਲ ਤੌਰ ਤੇ ਸੇਵਾ ਕਰਦਾ ਹੋਵੇ ਤੇ ਅੰਦਰ ਵਾਲਾ ਚਿੱਤ ਗੁਰੂ ਦੇ ਸ਼ਬਦ ਦਾ ਜਾਪ ਕਰਦਾ ਹੋਵੇ। ਫਿਰ ਬੇਨਤੀ ਸੁਣਿਓ, ਕਿਉਂਕਿ ਜਿਹੜੀ ਸੇਵਾ ਹੈ ਨਾ ਗੁਰੂ ਘਰ ਦੀ, ਫਿਰ ਕਿਸ ਦਿਨ ਪ੍ਰਕਰਨ ਆਵੇਗਾ, ਆਪਾਂ ਕਰਾਂਗੇ। ਸੇਵਾ ਕਰਮ ਹੈ, ਕੋਈ ਸ਼ੱਕ ਨਹੀਂ ਕਿ ਅਸੀਂ ਫਿਜ਼ੀਕਲ ਕਰਮ, ਇੱਥੇ ਇੰਨੀਆਂ ਸੰਗਤਾਂ, ਭਾਂਡਿਆਂ ਦੀ ਸੇਵਾ, ਝਾੜੂ ਦੀ ਸੇਵਾ, ਪ੍ਰਕਰਮਾਂ ਦੀ ਸੇਵਾ, ਗੁਰਮੁਖੋ ਕਿੱਡੀ ਵੱਡੀ ਬਖਸ਼ਿਸ਼ ਹੈ। ਪਰ ਯਾਦ ਰੱਖਿਓ, ਇਹ ਸੇਵਾ ਕੇਵਲ ਕਰਮ ਨਹੀਂ, ਕਰਮ ਹੈ ਫਿਜ਼ੀਕਲ। ਇਸ ਕਰਮ ਦੇ ਵਿੱਚੋਂ ਕਰੈਕਟਰ ਪੈਦਾ ਹੋਣਾ। ਇਹਦੇ ਸਿੱਧੇ ਪੰਜਾਬੀ ਸ਼ਬਦ ਕਹਾ ਕਿ ਸੇਵਾ ਕੇਵਲ ਕਰਮ ਨਹੀਂ, ਸੇਵਾ ਇੱਕ ਰੂਹਾਨੀ ਆਚਰਣ ਹੈ। ਸੇਵਾ ਕਰਨ ਵਾਲੇ ਦੇ ਅੰਦਰ ਸ਼ਬਦ ਦੀ ਕਲਾ ਵਰਤਦੀ ਹੈ। ਗਾਗਰ ਤੋਂ ਲੋਕਾਂ ਪਾਣੀ ਲੋਕੀ ਭਰਦੇ ਸਨ ਪੁਰਾਣੇ ਸਮੇਂ। ਆਪ ਨੂੰ ਪਤਾ ਹੋਣਾ, ਪਿੰਡਾਂ ਵਿੱਚ ਇੱਕ ਇਹ ਵੀ ਬਰਾਦਰੀ ਹੁੰਦੀ ਸੀ, ਮੈਂ ਜਾਤ ਪਾਤ ਦੀ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਦਾ ਕੰਮ ਸੀ ਪਾਣੀ ਭਰਨਾ, ਘੜਿਆਂ ਨਾਲ, ਮਟਕਿਆਂ ਨਾਲ, ਗਾਗਰਾਂ ਨਾਲ। ਉਹ ਪੁਸ਼ਤ ਦਰ ਪੁਸ਼ਤ ਕੰਮ ਕਰਦੇ ਸਨ ਪਾਣੀ ਭਰਨ ਦਾ। ਉਹ ਸਿਰਫ ਪਾਣੀ ਭਰਨ ਤੱਕ ਸੀਮਿਤ ਰਹਿੰਦੇ ਸਨ। ਪਰ ਜਦੋਂ ਬਾਬਾ ਅਮਰਦਾਸ ਨੇ 12 ਸਾਲ ਮੋਢੇ ਤੇ ਗਾਗਰ ਰੱਖ ਕੇ ਪਾਣੀ ਢੋਣ ਦਾ ਕਰਮ ਕੀਤਾ, ਕਰਮ ਉਹਨਾਂ ਵੀ ਕੀਤਾ,
ਪਰ ਇਸ ਕਰਮ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਪੈਦਾ ਹੋਇਆ। ਇਹ ਕੇਵਲ ਕਰਮ ਨਹੀਂ, ਗੁਰਮੁਖੋ ਹੈ ਮੈਂ ਕਿਹਾ ਫਿਜ਼ੀਕਲ, ਇਹ ਕਰਮ ਵਿੱਚੋਂ ਆਚਰਨ ਹੈ, ਇਸ ਵਿੱਚੋਂ ਰੂਹਾਨੀ ਜੀਵਨ ਨਿਕਲਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰੇ ਜਾਂਦਾ ਹਾਂ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਗੁਰੂ ਦੀ ਸੇਵਾ ਨਾਲ ਪਿਆਰਿਓ ਇਸ ਭਵ ਸਾਗਰ ਤੋਂ ਪਾਰ ਹੋਈਦਾ ਹੈ। ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ। ਜਿਹੜੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਇੱਥੇ ਤੇ ਬਹੁ ਵਚਨ ਚ ਉਹ ਪਰਮਾਤਮਾ ਦੇ ਜਨ ਜਿਹੜੇ ਨੇ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਹੁੰਦੇ ਹਨ। ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜਿਹੜੇ ਦਿਨ ਰਾਤ ਜਪਦੇ ਨੇ ਉਹਨਾਂ ਤੋਂ ਦਾਸ ਨਾਨਕ ਕੁਰਬਾਨ ਜਾਂਦਾ ਹੈ, ਉਹਨਾਂ ਤੋਂ ਮੈਂ ਬੁਲਹਾਰ ਜਾਂਦਾ ਹਾਂ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ। ਇਹ ਖਰੀ ਉਂਝ ਤਾਂ ਸਾਰੀ ਦੁਨੀਆ ਕੋਈ ਰਾਮ ਕਹਿੰਦੀ, ਕੋਈ ਅੱਲਾ ਕਹਿੰਦੀ ਹੈ, ਕੋਈ ਵਾਹਿਗੁਰੂ ਕਹਿੰਦੀ ਹੈ, ਕੋਈ ਗੋਡ ਕਹਿੰਦੀ ਹੈ, ਕੋਈ ਪਰਮੇਸ਼ਵਰ ਕਹਿੰਦੀ ਹੈ, ਕੋਈ ਬੀਠਲ ਕਹਿੰਦਾ, ਕੋਈ ਗੋਬਿੰਦੇ ਕਹਿੰਦਾ, ਕੋਈ ਮੁਕੰਦੇ ਕਹਿੰਦਾ, ਪਰ ਅਸਲ ਵਿੱਚ ਤੇਰੀ ਉਸਤਤ ਹੋਵੇ ਜਿਹੜੀ ਤੈਨੂੰ ਭਾ ਜਾਏ। ਫਿਰ ਬੇਨਤੀ ਸੁਣੋ, ਦੁਬਾਰਾ ਪੜੋ ਭਾਈ ਸਾਹਿਬ। ਸਾਹਰ ਤੇਰੀ ਉਸਤਤ ਹੈ। ਖਰੀ ਜੀ ਉਹ ਹੀ ਤੇਰੀ ਉਸਤਤ ਹੈ, ਉਹ ਹੀ ਲੇਖੇ ਵਿੱਚ ਪਾਉਣੀ ਹੈ। ਕਿਹੜੀ? ਸੋ ਹਰ ਪ੍ਰਭ ਭਾਵੈ। ਜਿਹੜੀ ਖਰੀ ਨੂੰ ਆਪ ਭਾਜੈ, ਜਿਹੜਾ ਉਹਨੂੰ ਚੰਗਾ ਲੱਗੇ। ਮਹਾਰਾਜ ਕਹਿੰਦੇ ਉਹ ਹੀ ਸਿਫਤ ਤੈਨੂੰ ਸਵੀਕਾਰ ਹੈ। ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਖਰੀ ਨੂੰ ਸੇਵਦੇ ਨੇ ਉਹਨਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਰੂਪ ਫਲ ਮਿਲਦਾ ਹੈ। ਕਈਆਂ ਗੁਰਮੁਖਾਂ ਨੇ 4 ਪਦਾਰਥ ਕੀਤੇ, ਇਹਦਾ ਮਤਲਬ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ। ਜਿਨ੍ਹਾਂ ਦਾ ਖਰੀ ਨਾਲ ਪਿਰਹੜੀ ਦਾ ਅਰਥ ਕਰਾਂਗੇ ਪਿਆਰ ਮੁਹੱਬਤ, ਜਿਨ੍ਹਾਂ ਦੀ ਪਰਮਾਤਮਾ ਨਾਲ ਮੁਹੱਬਤ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੀ ਜਿੰਦ ਦੇ ਨਾਲ ਪਰਮਾਤਮਾ ਹੈ। ਫਿਰ ਬੇਨਤੀ ਸੁਣੋ, ਇੱਥੇ ਜੀ ਸ਼ਬਦ ਵਰਤਿਆ। ਜੀ ਦਾ ਅਰਥ ਹੈ ਜਿੰਦ। ਜਿੰਨੀ ਦੇਰ ਤੱਕ ਅਸੀਂ ਸਰੀਰ ਵਿੱਚ ਹਾਂ, ਸਾਡਾ ਸਾਥ ਹੈ, ਖੂਨ ਦੇ ਰਿਸ਼ਤੇ ਹੋਣਗੇ, ਆਪਣੇ ਮਿੱਤਰ ਸੱਜਣ ਹੋਣਗੇ, ਤੇ ਗੁਰਮੁਖੋ ਜਿੱਦਣ ਇਸ ਸਰੀਰ ਵਿੱਚੋਂ ਆਤਮਾ ਨਿਕਲ ਗਈ, ਜਿਹਨੂੰ ਅਸੀਂ ਜੀਓ ਕਹਿੰਦੇ ਹਾਂ, ਜਿੰਦ ਕਹਿੰਦੇ ਹਾਂ, ਸਰੀਰ ਨੂੰ ਤਾਂ ਸਾਂਭਣ ਵਾਲੇ ਆ ਜਾਣਗੇ, ਇਸ਼ਨਾਨ ਕਰਾ ਦਿੱਤਾ, ਇਹਦਾ ਸੰਸਕਾਰ ਕਰ ਦਿੱਤਾ, ਇਹਦਾ ਭੋਗ ਪਾ ਦਿੱਤਾ, ਪਰ ਜਿਹੜਾ ਇਹਦੇ ਵਿੱਚੋਂ ਨਿਕਲ ਕੇ ਗਿਆ ਉਹਨੂੰ ਕੌਣ ਸਾਂਭੇਗਾ? ਗੁਰੂ ਰਾਮਦਾਸ ਕਹਿੰਦੇ ਨੇ ਉਹਨੂੰ ਫਿਰ ਪਰਮਾਤਮਾ ਦਾ ਨਾਮ ਸਾਂਭੇਗਾ। ਜਿਨ੍ਹਾਂ ਦੀ ਖਰੀ ਨਾਲ ਪ੍ਰੀਤ ਹੈ ਉਹਨਾਂ ਦੀ ਜਿੰਦ ਦਾ ਮਦਦਗਾਰ ਹਰੀ ਹੈ। ਪਰਮਾਤਮਾ ਉਹਨਾਂ ਦੀ ਜਿੰਦ ਦੇ ਨਾਲ ਤੁਰਦਾ ਹੈ। ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਉਹ ਆਤਮਿਕ ਜੀਵਨ ਖਰੀ ਨੂੰ ਜਪ ਜਪ ਕੇ ਹੀ ਜੀਂਦੇ ਨੇ। ਸੱਚ ਇਹ ਉਹ ਹਰ ਵਕਤ ਪਰਮਾਤਮਾ ਦੇ ਨਾਮ ਨੂੰ ਸੰਭਾਲਦੇ ਹਨ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁਮ ਜਾਇਆ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ, ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਘੁੰਮ ਜਾਇਆ, ਵਾਰ-ਵਾਰ ਬਲਿਹਾਰ ਜਾਂਦਾ ਹਾਂ। ਕੋਈ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਉਹ ਆਪ ਤਾਂ ਛੁੱਟੇ ਹੀ ਛੁੱਟੇ ਨੇ, ਉਹਨਾਂ ਦਾ ਪਰਿਵਾਰ ਵੀ ਛੁੱਟ ਗਿਆ, ਮੁਕਤ ਹੋ ਗਿਆ, ਤੇ ਮਹਾਰਾਜ ਕਹਿੰਦੇ ਨੇ ਉਹਨਾਂ ਕੋਲ ਇੰਨੀ ਕੁ ਤਾਕਤ ਹੈ ਉਹ ਸਾਰੇ ਜਗਤ ਦਾ ਪਾਰ ਉਤਾਰਾ ਕਰ ਸਕਦੇ। ਹੁਣ ਮੇਰੀ ਬੇਨਤੀ ਇਹਨੂੰ ਸੁਹਿਰਦਤਾ ਨਾਲ ਲਿਆ ਜੇ। ਇਹਦਾ ਮਤਲਬ ਇਹ ਸੱਚਾਈ ਹੈ ਕਿ ਜਿਹੜਾ ਜਪਦਾ ਆਪ ਤਰਦਾ, ਕੁਟੰਬ ਤਰਦਾ, ਤੇ ਉਹਦੇ 'ਚ ਇੰਨੀ ਸਮਰੱਥਾ ਹੈ। ਮਹਾਰਾਜ ਕਹਿੰਦੇ ਨੇ ਕਿ ਆਪ ਤਰੇ ਤਰੇਨ ਸ੍ਰਿਸ਼ਟਾ, ਉਹ ਸ੍ਰਿਸ਼ਟੀ ਨੂੰ ਜਗਤ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ। ਗੁਰ ਪਿਆਰੇ ਹਰ ਸੇਵਿਆ। ਗੁਰਮੁਖੋ ਸਮਰੱਥ ਗੁਰੂ ਨੇ, ਗੁਰੂ ਰਾਮਦਾਸ ਕਹਿੰਦੇ ਉਹਨਾਂ ਨੇ ਵੀ ਖਰੀ ਨੂੰ ਸੇਵਿਆ। ਧੰਨ ਧੰਨ ਸਤਿਗੁਰ ਜਿਹੜੇ ਜਿਨ੍ਹਾਂ ਨੇ ਆਪ ਬੰਦਗੀ ਕੀਤੀ, ਆਪ ਸਿਮਰਨ ਕੀਤਾ। ਗੁਰੂ ਨੇ ਉਸ ਪਿਆਰੇ ਖਰੀ ਨੂੰ ਸੇਵਿਆ ਤੇ ਉਹ ਸਤਿਗੁਰੂ ਧੰਨ ਕਹਿ, ਧੰਨ ਕਹਿ। ਗੁਰ ਹਰਿ ਮਾਰਗ ਦੱਸਿਆ
ਗੁਰ ਪੁੰਨ ਵੱਡ ਪੁੰਨੋ। ਗੁਰ ਹਰ ਮਾਰਗ ਦੱਸਿਆ, ਉਸ ਸਤਿਗੁਰੂ ਨੇ ਜਿਨਨੇ ਹਰੀ ਨੂੰ ਜਪਿਆ। ਮਹਾਰਾਜ ਕਹਿੰਦੇ ਨੇ ਉਹਨਾਂ ਨੇ ਸਾਨੂੰ ਪਰਮਾਤਮਾ ਦੇ ਘਰ ਦਾ ਰਸਤਾ ਦਿੱਤਾ। ਇੱਥੇ ਪੁੰਨ ਦਾ ਅਰਥ ਕਰਾਂਗੇ ਪਰਉਪਕਾਰ। ਸਭ ਤੋਂ ਵੱਡਾ ਪਰਉਪਕਾਰ ਗੁਰੂ ਦਾ ਇਹ ਹੈ ਕਿ ਭੁੱਲੇ ਜਾਂਦੇ ਨੂੰ ਪਰਮਾਤਮਾ ਦੇ ਘਰ ਦਾ ਰਾਹ ਦੱਸ ਦੇਗਾ। ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪਰਾਣੀ। ਜਿਹੜੇ ਗੁਰਸਿੱਖ ਗੁਰੂ ਨੂੰ ਚੇਤੇ ਕਰਦੇ ਨੇ, ਸੇਵਦੇ ਨੇ, ਪਿਆਰਿਓ, ਉਹ ਪ੍ਰਾਣੀ ਧੰਤਾ ਯੋਗ ਨੇ, ਉਹ ਬਾਕੀ ਪਰਉਪਕਾਰੀ ਹਨ। ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ। ਧੰਨ ਗੁਰੂ ਰਾਮਦਾਸ ਫਿਰ ਕਹਿ ਰਹੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਸਦਾ ਵਾਰਨੇ ਬਲਿਹਾਰਨੇ ਜਾਂਦਾ ਹਾਂ। ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ। ਕਹਿੰਦੇ ਨੇ ਗੁਰਮੁਖ ਸਖੀ ਸਹੇਲੀਆ, ਇਹਦਾ ਅਰਥ ਹੈ ਸਤ ਸੰਗਤ ਕਰਨ ਵਾਲੇ ਗੁਰਮੁਖ। ਭਾਵੇਂ ਇਸੇ ਇਸਤਰੀ ਲਿੰਗ ਰੂਪ ਵਿੱਚ ਬਹੁਵਚਨ ਕਹੇ, ਇਹਦਾ ਅਰਥ ਇਹੀ ਕਰਾਂਗੇ ਸਤ ਸੰਗੀ ਗੁਰਮੁਖ ਜਿਉੜੇ। ਉਹਨਾਂ ਨੂੰ ਹਰੀ ਪਰਮਾਤਮਾ ਨੇ ਆਪ ਹੀ ਮਿਲਾਇਆ ਹੈ। ਹਰ ਦਰਗਹਿ ਪੈ ਨਾਈਆ ਹਰ ਆਪ ਗਲ ਲਾਈਆ। ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਾਲ ਉਹਨਾਂ ਨੂੰ ਸਰਪਾਉ ਮਿਲਦੇ ਨੇ। ਫਿਰ ਬੇਨਤੀ ਹੈ, ਜਿਨ੍ਹਾਂ ਗੁਰਮੁਖ ਸਖੀਆਂ ਨੂੰ ਨਾਮ ਦੇ ਕੇ ਆਪਸ ਵਿੱਚ ਮਿਲਾਇਆ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਜ਼ੂਰ ਕਹਿੰਦੇ ਨੇ ਕਿ ਇੱਜ਼ਤ ਮਿਲਦੀ ਹੈ ਤੇ ਪਾਰ ਬ੍ਰਹਮ ਪਰਮੇਸ਼ਵਰ ਆਪਣੇ ਗਲੇ ਨਾਲ ਲਾਉਂਦੇ ਹਨ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ। ਇੱਥੇ ਹੁਣ ਗੁਰੂ ਰਾਮਦਾਸ ਅਰਦਾਸ ਕਰਦੇ ਕਿ ਵਾਹਿਗੁਰੂ ਜੀ, ਜਿਹੜੇ ਗੁਰਮੁਖ ਆਪ ਜੀ ਦੀ ਇਬਾਦਤ ਕਰਦੇ ਨੇ, ਬੰਦਗੀ ਕਰਦੇ ਆ, ਤੁਸੀਂ ਇੱਕ ਕਿਰਪਾ ਕਰੋ, ਸਾਨੂੰ ਉਹਨਾਂ ਦੇ ਦਰਸ਼ਨ ਬਖਸ਼ ਦਿਆ। ਫਿਰ ਬੇਨਤੀ ਹੈ, ਬੜੀ ਵੱਡੀ ਗੱਲ ਹੈ ਪਿਆਰਿਓ। ਉਂਝ ਵੈਸੇ ਅਰਦਾਸ ਵਿੱਚ ਅਸੀਂ ਰੋਜ਼ ਹੀ ਕਹਿੰਦੇ ਹਾਂ ਕਿ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਕਿ ਪ੍ਰਭੂ ਉਹਨਾਂ ਦੇ ਦਰਸ਼ਨ ਬਖਸ਼ ਦਿਓ ਜਿਹੜੇ ਤੇਰੇ ਨਾਮ ਵਿੱਚ ਰਤੇ ਹਨ। ਹਮ ਤਿਨ ਕੇ ਚਰਨ ਪਖਾਨ ਦੇ ਧੂੜ ਘੋਲ ਘੋਲ ਪੀਜੈ। ਹੁਣ ਇਹੋ ਜੀ ਇਬਾਦਤ ਕਰਨ ਵਾਲੇ ਗੁਰਸਿੱਖਾਂ ਦੇ ਅਸੀਂ ਚਰਨ ਝਾੜਦੇ ਹਾਂ, ਉਹਨਾਂ ਦੀ ਧੂੜ ਮਸਤਕ ਤੇ ਲਾਉਂਦੇ ਹਾਂ, ਉਹਨਾਂ ਦੇ ਚਰਨ ਧੋਨੇ ਆ, ਪਖਾਲਨੇ ਆ, ਤੇ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਘੋਲ ਕੇ ਮੈਂ ਪੀਣਾ ਪਿਆ। ਅੱਤ ਦੀ ਨਿਮਰਤਾ ਗੁਰਮੁਖੋ, ਸੱਚੀ ਗੁਰੂ ਰਾਮਦਾਸ ਦੇ ਜਿੰਨੇ ਵੀ ਤੁਸੀਂ ਬਚਨ ਪੜ੍ਹੋਗੇ, ਜਿਹੜੇ ਸਹਿਜ ਪਾਠ ਕਰਦੇ ਆ, ਸਿਰਫ ਇੱਕ ਗੌੜੀ ਕੀ ਵਾਰ ਹੈ ਜਿੱਥੇ ਨਿੰਦਕਾਂ ਨੂੰ, ਦੋਖੀਆਂ ਨੂੰ, ਦੁਸ਼ਟਾਂ ਨੂੰ, ਸਾਖਤਾਂ ਨੂੰ, ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਕਮਾਏ, ਉਹਨਾਂ ਸਾਰਿਆਂ ਦਾ ਜ਼ਿਕਰ ਮਹਾਰਾਜ ਜੀ ਨੇ ਕਰ ਦਿੱਤਾ। ਪਰ ਉਂਝ ਗੁਰੂ ਰਾਮਦਾਸ ਇੰਨੀ ਨਿਰਮਾਣਤਾ ਵਿੱਚ ਨੇ, ਕਹਿੰਦੇ ਨੇ ਉਹਨਾਂ ਗੁਰਸਿੱਖਾਂ ਦੇ ਚਰਨ ਧੋਵਾਂਗਾ, ਘੋਲ ਘੋਲ ਕੇ ਪੀਆਂਗੇ ਜਿਹੜੇ ਤੇਰੇ ਨਾਮ ਨੂੰ ਜਪਦੇ ਪਏ। ਇਸੇ ਕਰਕੇ ਹਜ਼ੂਰ ਦਾ ਇੱਕ ਬਚਨ, ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਹਜ਼ੂਰ ਇੱਥੇ ਨਾਮ ਜਪਣ ਵਾਲੇ ਦੀ ਸੇਵਾ ਦਾ ਜ਼ਿਕਰ ਕਰਦੇ ਹਨ। ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ। ਹੁਣ ਦੂਸਰਾ ਪੱਖ ਰੱਖ ਦਿੱਤਾ। ਪਹਿਲਾਂ ਤੇ ਇੱਥੋਂ ਤੱਕ ਸੀ ਗੁਰਸਿੱਖ, ਗੁਰਮੁਖ, ਨਾਮ ਜਪਣ ਵਾਲੇ, ਗੁਰੂ ਦਾ ਹੁਕਮ ਮੰਨਣ ਵਾਲੇ। ਹੁਣ ਅੱਗੇ ਇੱਕ ਉਹ ਵੀ ਮਹਾਰਾਜ ਨੇ ਕਿਸਮ ਪੈਦਾ ਕੀਤੀ ਹੈ ਸ੍ਰਿਸ਼ਟੀ ਵਿੱਚ ਜੀ। ਇਹ ਸ਼ਬਦ ਪਾਨ, ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਕਿ ਜਿਹੜੀਆਂ ਜੀਵ ਇਸਤਰੀਆਂ ਆ ਪਾਨ ਖਾਂਦੇ ਨੇ, ਸੁਪਾਰੀਆਂ ਖਾਂਦੇ ਨੇ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ, ਆਪ ਨੂੰ ਅਰਥ ਕਈ ਵਾਰੀ ਗੁਰਮੁਖਾਂ ਦੱਸਿਆ ਹੋਣਾ। ਇੱਥੇ ਬੀੜੀਆਂ ਦਾ ਅਰਥ ਦੂਜੀ ਜਗਤ ਜੂਠ ਵਾਲੀ ਬੇੜੀ ਨਹੀਂ, ਜਗਤ ਜੂਠ ਸਮਝੀਏ ਆਪਾਂ ਨਾ। ਇਹ ਸਿੱਖੀ ਵਿੱਚ ਆਮ ਲੋਕ ਤਮਾਕੂ ਕਹਿੰਦੇ ਆ, ਖਾਲਸੇ ਦੇ ਬੋਲਿਆਂ 'ਚ ਆਪਾਂ ਜਗਤ ਜੂਠ ਕਹਿੰਦੇ ਆ ਤਮਾਕੂ ਨੂੰ। ਉਹ ਤਮਾਕੂ ਵਾਲੀ ਬੀੜੀਆਂ ਨਹੀਂ, ਇੱਥੇ ਬੀੜੀਆਂ ਦਰ ਤੇ ਪਾਨ ਸੁਪਾਰੀ ਦੇ ਜਿਹੜੇ ਬੀੜੇ ਹੁੰਦੇ ਆ, ਜਿਹੜੇ ਪੱਤੇ 'ਚ ਲਪੇਟ ਕੇ ਦਿੰਦੇ ਆ। ਉਂਝ ਵੈਸੇ ਬੀੜਾ ਲਫ਼ਜ਼ ਮੈਂ ਇੱਕ ਵਾਰੀ ਕਿਹਾ ਕਿ ਚਲੋ ਆਪਣੀ ਖਿਆਲ ਹੁੰਦੇ ਆ, ਅਸੀਂ ਕਈ ਵਾਰੀ ਇਹ ਸਿੱਖਾਂ ਲਈ ਵਰਤਦੇ ਨੇ, ਫਲਾਣੇ ਸਿੱਖ ਨੇ ਇਸ ਗੱਲ ਦਾ ਬੀੜਾ ਚੁੱਕ ਲਿਆ। ਪਰ ਪਿਆਰਿਓ ਚੇਤੇ ਰੱਖਿਓ, ਬੀੜੇ ਦਾ ਸੰਬੰਧ ਪਾਨ ਸੁਪਾਰੀ ਨਾਲ।
ਇੱਥੇ ਮਹਾਰਾਜ ਉਹ ਭੋਗ ਭੋਗਣ ਵਾਲਿਆਂ ਨੂੰ ਜਿਹੜੇ ਪਾਨਾਂ ਖਾਂਦੇ ਨੇ, ਸਪਾਰੀਆਂ ਖਾਂਦੇ ਨੇ, ਬੀੜੇ ਲਾ ਸਾਰਾ ਦਿਨ ਆਪਣੇ ਮੂੰਹ 'ਚ ਪਾਨ ਚਬਾਈ ਜਾਂਦੇ ਖਾਨ। ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ। ਪੈਸਾ ਦੌਲਤ ਇੰਨੀ ਹੈ ਕਿ ਨਹਰੀ ਨੂੰ ਕਦੀ ਚੇਤੇ ਹੀ ਨਹੀਂ ਕੀਤਾ। ਖਾਣਾ ਪੀਣਾ ਅਜੀਬ ਰੱਜਦੀ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਜੇ ਰੱਬ ਨੂੰ ਚੇਤੇ ਨਹੀਂ ਕੀਤਾ, ਮੂੰਹ 'ਚ ਬੀੜੇ ਲਾਈ ਬੈਠੇ ਹੋ ਪਾਨ ਦੇ। ਤੇ ਭਾਰਤ ਵਿੱਚ ਤਾਂ ਹਾਲ ਹੀ ਇੰਨਾ ਮੰਦਾ ਹੈ ਜੀ, ਜਿੰਨਾ ਮਰਜ਼ੀ ਤੁਸੀਂ ਕਹੀ ਜੋ ਸਵਸਥ ਭਾਰਤ, ਸਵੱਛ ਭਾਰਤ ਗਾਈ ਜੋ ਟੀਵੀ ਤੇ ਗਾਉਣ ਦਾ ਕੀ ਕਿਹੜਾ ਕੋਈ ਮੁੱਲ ਘਟਣਾ ਹੈ। ਤੇ ਚੇਤੇ ਰੱਖਿਓ ਭਾਰਤ ਦੇ ਕਿਸੇ ਸਟੇਸ਼ਨ ਤੇ ਚਲੇ ਜਾਓ, ਤੁਹਾਨੂੰ ਦੁਬਾਰਾ ਇਹ ਰੰਗੀਆਂ ਮਿਲਣਗੀਆਂ ਵੀ ਇਹ ਕਿਹੜਾ ਸਵਸਥ ਭਾਰਤ ਹੈ। ਪਾਨ ਦੀ ਥਾਂ ਥਾਂ ਸਤਿਆ ਮਿਲੇਗਾ ਸਾਨੂੰ। ਮੈਂ ਸਿਰਫ ਮੇਰਾ ਵਿਸ਼ਾ ਨਹੀਂ, ਮਹਾਰਾਜ ਕਹਿੰਦੇ ਨੇ ਇਹ ਲੋਕ ਪਾਨ ਖਾਂਦੇ ਆ, ਮੂੰਹ ਲਾਲ ਕਰੀ ਬੈਠੇ ਆ ਬੀੜੇ ਲਾ ਲਾ ਕੇ। ਕਹਿਣ ਲੱਗੇ ਰੱਬ ਕਦੀ ਚੇਤੇ ਨਹੀਂ ਕੀਤਾ, ਜਿੰਨਾ ਪਾਨ ਦਾ ਬੀੜਾ ਚਬਾਨਾ ਇਸ ਬੀੜੇ ਨੂੰ ਸੱਟ ਕੇ ਕਿਤੇ ਇਹ ਚਬਾ ਜਿਹੜਾ ਤੈਨੂੰ ਰੱਬ ਨੇ ਦਿੱਤਾ ਸੀ ਮੂੰਹ, ਇਹ ਜਬਾੜਾ ਦਿੱਤਾ ਹੈ। ਜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਕਿਤੇ ਹਲਾਂਦਾ ਤੇ ਤੇਰੀ ਰੱਬ ਦੇ ਘਰ ਵੀ ਥਾਂ ਬਣ ਜਾ। ਹੁਣ ਅੱਜ ਕੱਲ੍ਹ ਸਾਡੇ ਬੰਦੇ ਵੀ ਆ ਚਿੰਗਮ ਜੀ ਖਾਈ ਜਾਂਦੇ, ਸਾਰਾ ਦਿਨ ਮੂੰਹ ਲਾਈ ਜਾਂਦੇ ਆ ਬੀਬੀਆਂ ਬੱਚੇ ਪੁੱਛੋ ਕੋਈ ਨਾ ਹਿੱਲੀ ਜਾਂਦੇ ਨੇ। ਤੇ ਇਹ ਜਬਾੜਾ ਜੀ ਕਿਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਲਾ ਦਈਏ ਤੇ ਸਭ ਕੁਝ ਠੀਕ ਹੋ ਜਾਏ। ਮਹਾਰਾਜ ਕਹਿੰਦੇ ਪਾਨ ਖਾਂਦੀਆਂ, ਸਪਾਰੀਆਂ ਖਾਂਦੀਆਂ ਨੇ, ਖਰੀ ਨੂੰ ਚੇਤੇ ਨਹੀਂ ਕਦੀ ਕੀਤਾ। ਅਖੀਰ ਤੇ ਜਮਾਂ ਦੇ ਵਸ ਪਈਆਂ। ਤੇ ਹੋਇਆ ਵੀ ਜਦੋਂ ਐਮਨਾਬਾਦ ਬਾਬਰ ਨੇ ਹਮਲਾ ਕੀਤਾ, ਉਦੋਂ ਇੰਨਾ ਪੈਸਾ ਸੀ ਲੋਕਾਂ ਕੋਲ। ਅੱਜ ਤਾਂ ਚਲੋ ਕੋਈ ਥੋੜੇ ਬਹੁਤੇ ਸਗਨ ਪਾਉਂਦਾ, ਉਸ ਵੇਲੇ ਲੱਖ ਲੱਖ ਰੁਪਈਆ ਸਗਨ ਸੀ ਘਰ ਚੌਂਕੇ ਵੜਨ ਦਾ। ਮਹਾਰਾਜ ਦਾ ਬਚਨ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ, ਸੇ ਸਿਰ ਕਾਪੀ ਮੁਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿ ਨਾ ਮਿਲ ਹਦੂਰ, ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਹਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, 1 ਲੱਖ ਲੈਣ ਬਹਿਟੀਆਂ ਲੱਖ ਲੈਣ ਖੜੀਆਂ। ਇੰਨਾ ਸਗਨ ਭਾਈ, 1 ਲੱਖ ਲੈਣ ਬਹਿਟੀਆਂ ਲੱਖ ਲੈਣ ਖੜੀਆਂ, ਖਰੀ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, 3 ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰਗੀਆਂ। ਪਿਆਰਿਓ ਜਿਹੜੇ ਗਰੀ ਸ਼ੁਹਾਰੇ ਖਾਂਦੀਆਂ ਸਨ, ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਇਸ ਤਰ੍ਹਾਂ ਰੱਸੇ ਪਾਏ ਜਿਵੇਂ ਪਸ਼ੂ ਦੇ ਗਲ ਵਿੱਚ ਰੱਸਾ ਪਾ ਕੇ ਖਿੱਚਦਾ। ਮਹਾਰਾਜ ਕਹਿੰਦੇ ਉਹ ਪਾਨ ਖਾਣ ਵਾਲਿਓ, ਬੀੜੀਆਂ ਪੀਣ ਵਾਲਿਓ, ਬੀੜੇ ਲਾਣ ਵਾਲਿਓ, ਤੁਸੀਂ ਰੱਬ ਨੂੰ ਕਦੀ ਚੇਤੇ ਨਹੀਂ ਕੀਤਾ ਤੇ ਅਖੀਰ ਤੇ ਜਮਾਂ ਦੇ ਵਸ ਪਵੋਗੇ। ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਧਾਰ ਕੇ ਟਿਕਾ ਕੇ ਖਰੀ ਦਾ ਸਿਮਰਨ ਕੀਤਾ ਹੈ। ਤਿਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ। ਉਹਨਾਂ ਦੇ ਨੇੜੇ ਕਦੀ ਜਮਦੂਤ ਨਹੀਂ ਆਉਣਾ। ਕਿਉਂ? ਉਹ ਗੁਰਸਿੱਖ ਗੁਰੂ ਦੇ ਪਿਆਰੇ ਨੇ। ਹੁਣ ਕਈ ਵਾਰੀ ਇਹ ਵੀ ਖੜੀ ਹੋ ਜਾਂਦੀ ਸਮੱਸਿਆ ਜੀ, ਨਰਕ ਹੈ ਜੀ, ਜਮਦੂਤ ਹੈ ਜੀ, ਧਰਮਰਾਜ ਹੈ ਜੀ, ਲੇਖਾਂ ਹੈ ਜੀ ਸਭ ਕੁਝ, ਪਰ ਚੇਤੇ ਰੱਖਿਓ ਸਿੱਖ ਦੇ ਨੇੜੇ ਨਹੀਂ ਆਉਣਾ। ਥਾਣੇ ਕਚਹਿਰੀਆਂ ਤੇ ਜੇਲਾਂ ਤਾਂ ਤਕਰੀਬਨ ਹਰ ਜ਼ਿਲ੍ਹੇ 'ਚ ਆਪਾਂ ਨੂੰ ਮਿਲਣਗੀਆਂ, ਪਰ ਵਾਹ ਤਾਂ ਉਹਦਾ ਹੀ ਪੈਣਾ ਜਿਹਨੇ ਮਾੜਾ ਕੰਮ ਕਰਨਾ, ਜਿਹਨੇ ਭੈੜਾ ਕਰਮ ਕਰਨਾ ਉਹਦਾ ਹੀ ਹੈ ਨਾ। ਇੱਥੇ ਜ਼ਰੂਰ ਕਹਿੰਦੇ ਨੇ ਪਾਨ ਸਪਾਰੀ ਖਾਣ ਵਾਲੀਆਂ ਲਈ ਜਮਦੂਤ ਹੈ। ਜਿਹੜੇ ਗੁਰਸਿੱਖ ਹਰੀ ਦਾ ਨਾਮ ਜਪਦੇ ਨੇ ਉਹਨਾਂ ਦੇ ਨੇੜੇ ਜਮਦੂਤ ਕਦੀ ਨਹੀਂ ਆਉਂਦਾ। ਹਰਿ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ। ਹਰੀ ਦਾ ਨਾਮ ਇੱਕ ਉਹ ਖਜ਼ਾਨਾ ਹੈ ਜਿਹਨੂੰ ਕੋਈ ਗੁਰੂ ਦੇ ਸਨਮੁਖ ਰਹਿਣ ਵਾਲਾ ਟਾਵਾਂ ਟਾਵਾਂ ਜਾਣਦਾ ਹੈ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੇ। ਗੁਰੂ ਰਾਮਦਾਸ ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਉਹ ਦੁਨਿਆਵੀ ਰੰਗ ਰਲੀਆਂ ਨਹੀਂ, ਉਹ ਸਿਮਰਨ ਦੀਆਂ ਰੰਗ ਰਲੀਆਂ ਮਾਣਦੇ ਨੇ। ਉਹ ਸਿਮਰਨ ਵਿੱਚ ਜੁੜੇ ਰੰਗ ਤਮਾਸ਼ਾ ਪੂਰਨ ਆਸਾਂ ਕਦੇ ਨਾ ਵਿਆਪੈ ਚਿੰਤਾ। ਉਹ ਇਸ ਰੰਗ ਰਲੀਆਂ ਨੂੰ ਅੰਤਰ ਆਤਮੇ ਮਾਣਦੇ ਹਨ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ। ਸਤਿਗੁਰੂ ਜੀ ਦਾਤੇ ਨੇ, ਦਾਤਾਂ ਦੇਣ ਵਾਲੇ ਨੇ। ਇਹ ਤਰੁੱਟ ਕੇ ਪਸਾਓ ਦਾ ਅਰਥ ਹੈ ਪ੍ਰਸਾਦ ਕਿਰਪਾ ਦਿੰਦੇ ਹਨ। ਹੋ ਗੁਰ ਵਿਟੋ ਸਦ ਵਾਰਿਆ
जिन दितड़ा नाओ। गुरु रामदास कहते ने अपने गुरु तो मैं सदा कुर्बान जाना, जिन्हां ने त्रुट के सानू नाम दिता है। सो धन गुरु साबास है हर दे सनेहा। ਉਹ ਸਤਿਗੁਰੂ ਧੰਤਾ ਜੋਗ ਨੇ, ਜਿਸ ਸਤਿਗੁਰੂ ਨੇ ਪਰਮਾਤਮਾ ਦੇ ਘਰ ਦਾ ਰੂਹਾਨੀ ਸੰਦੇਸ਼ਾ, ਆ ਤੁਰਕੀ ਬਾਣੀ ਜਿਹਨੂੰ ਕਹਿੰਦੇ ਆ, ਪਰਮਾਤਮਾ ਦੀ ਖਸਮ ਦੀ ਰੱਬ ਦੇ ਸਨੇਹੇ ਜਿਨ੍ਹਾਂ ਨੇ ਸਾਨੂੰ ਲਿਆ ਕੇ ਦਿੱਤੇ ਹਨ। ਓ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਮੈਂ ਸਤਿਗੁਰੂ ਦੇ ਪਵਿੱਤਰ ਦੇਹ ਨੂੰ ਵੇਖ ਵੇਖ ਕੇ ਖੁਸ਼ ਹੁਣਾ ਪਿਆ। ਇੱਥੇ ਮੈਂ ਫਿਰ ਬੇਨਤੀ ਕਰਾਂ, ਲਫ਼ਜ਼ ਦੇਹਾ ਆਇਆ ਹੈ, ਕੋਈ ਇਹਦੇ ਅਰਥ ਲੋਕੀ ਅੱਜ ਕੱਲ੍ਹ ਆਪਣੇ ਦੇਹਧਾਰੀਆਂ ਨਾਲ ਵੀ ਕਰਦੇ ਆ। ਉਂਝ ਇਹਦੇ ਅਰਥ ਸਪਸ਼ਟ, ਕਿਉਂਕਿ ਜੋਤ ਤਾਂ 10 ਪਾਤਸ਼ਾਹੀਆਂ ਤੱਕ ਗਈ ਨਾ ਜੀ। ਗੁਰੂ ਗੋਬਿੰਦ ਸਿੰਘ ਨੇ ਹਜ਼ੂਰ ਸਾਹਿਬ ਕਿਹਾ ਸੀ, ਮੇਰੇ ਦਰਸ਼ਨ ਕਰਨੇ ਨੇ, ਇੱਕ ਨਿਰਗੁਣ ਕਹਿ, ਦੂਸਰਾ ਗੁਰੂ ਸ਼ਬਦ ਕਹਿ, ਤੇ ਤੀਸਰਾ ਜਿਹੜਾ ਸਿੱਖ ਸ਼ਬਦ ਨੂੰ ਕਮਾਉਂਦਾ ਤੇ ਗੁਰੂ ਨੂੰ ਸਮਰਪਿਤ ਹੁੰਦਾ, ਉਹ ਵੀ ਮੇਰਾ ਹੀ ਰੂਪ ਹੈ। ਪਰ ਇੱਥੇ ਸ਼ਬਦ ਹੈ ਗੁਰੂ ਦੀ ਦੇਹ ਵੇਖ ਵੇਖ ਕੇ ਮੈਂ ਪ੍ਰਸੰਨ ਹੁੰਦਾ ਹਾਂ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਗੁਰੂ ਜੀ ਦੀ ਰਸਨਾ ਖਰੀ ਦੇ ਨਾਮ ਨੂੰ ਬੋਲਦੀ ਹੈ, ਇਹ ਨਾਮ ਦੇ ਵਿੱਚ ਹੀ ਸੁਭਾਏਮਾਨ ਹੈ। ਜਿਨ ਸੁਰ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ। ਜਿਨ੍ਹਾਂ ਸਿੱਖਾਂ ਨੇ ਉਸ ਅੰਮ੍ਰਿਤ ਰਸਨਾ ਤੋਂ ਸ਼ਬਦ ਸੁਣਿਆ ਤੇ ਸੁਣ ਕੇ ਉਹਨੂੰ ਮੰਨ ਲਿਆ। ਮਹਾਰਾਜ ਬਚਨ ਕਰ ਰਹੇ ਨੇ ਕਿ ਜਿਨ੍ਹਾਂ ਨੇ ਸੁਣਿਆ, ਉਹਨਾਂ ਨੇ ਮੰਨ ਲਿਆ, ਤੇ ਉਹਨਾਂ ਦੀਆਂ ਜਿੰਨੀਆਂ ਅੰਦਰ ਦੀਆਂ ਭੁੱਖਾਂ ਨੇ ਉਹ ਸਾਰੀਆਂ ਖਤਮ ਹੋ ਗਈਆਂ। ਹਰਿ ਕਾ ਮਾਰਗ ਆਖੀਐ ਕਹੋ ਕਿਤ ਵਿਦ ਜਾਈਐ। ਹੁਣ ਪ੍ਰਸ਼ਨ ਹੈ, ਖਰੀ ਦਾ ਮਾਰਗ ਕਿਹਾ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਇਸ ਮਾਰਗ ਤੇ ਚੱਲੀਏ। ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਅੱਗੇ ਖਰਚ, ਅੱਗੇ ਜਿਸ ਚੀਜ਼ ਨੇ ਕੰਮ ਆਉਣਾ ਹੈ ਨਾ, ਜਿੰਨੇ ਸਾਡੇ ਖਰਚੇ ਵਿੱਚ ਸਹਾਇਤਾ ਕਰਨੀ, ਜੋ ਚੀਜ਼ ਅਸੀਂ ਖਰਚਣੀ ਹੈ, ਉਹ ਸਿਰਫ ਹਰੀ ਕਾ ਨਾਮ ਹੈ। ਮਹਾਰਾਜ ਕਹਿੰਦੇ ਉਹ ਪੱਲੇ ਬੰਨ ਲਓ ਸਿੱਖੋ, ਇਸ ਹਰੀ ਦੇ ਨਾਮ ਦਾ ਤੋਸ਼ਾ ਬੰਨੋ, ਇਸ ਹਰੀ ਦੇ ਨਾਮ ਦਾ ਖਜ਼ਾਨਾ ਆਪਣੇ ਨਾਲ ਲੈ ਲਓ। ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵੱਡ ਦਾਣੇ। ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਆਰਾਧਿਆ ਹੈ, ਤੇ ਮਹਾਰਾਜ ਕਹਿੰਦੇ ਆ ਕਿ ਭਾਈ ਸਿੱਖੋ, ਅਸਲ 'ਚ ਉਹ ਗੁਰਸਿੱਖ ਜਿਹੜੇ ਨੇ ਸੇ ਸ਼ਾਹ ਵੱਡ ਦਾਣੇ। ਇੱਥੇ ਸਿਰਫ ਕਰਜ ਮੈਂ ਕਰ ਦਾਂਗਾ, ਸਾਹਦਰ ਤੇ ਸ਼ੌਕਾਰ ਲਫ਼ਜ਼ ਇੱਥੇ ਹੈ ਦਾਣੇ, ਪਰ ਇਸ ਦਾਣੇ ਦਾ ਅਰਥ ਉਹ ਨਹੀਂ ਅਰਥ ਕਰਨੇ ਦਾਣੇ ਦੂਜੇ ਅਨਾਜ। ਫਾਰਸੀ ਦਾ ਸ਼ਬਦ ਹੈ ਦਾਨਾ, ਯਾਦ ਰੱਖਿਓ, ਬਾਣੀ 'ਚ ਵਰਤਿਆ, ਤੂੰ ਦਰਿਆਓ ਦਾਨਾ ਬੀਨਾ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਦਿਲ ਅਗਰ ਦਾਨਾ ਪਵੰਦ ਅੰਦਰ ਕਨਾਰ ਚ ਯਾਰ ਹਸਤ। ਉਸ ਦਾਨਾ ਸ਼ਬਦ ਤੋਂ ਬਣਿਆ ਦਾਨੇ, ਦਾਨੇ ਦਰ ਤੇ ਸਿਆਣੇ, ਚੰਗੇ, ਸੂਝਵਾਨ। ਇੱਥੇ ਲਫ਼ਜ਼ ਭਾਵੇਂ ਨਾਣੇ ਨਾਲ ਕਹੇ ਦਾਣੇ, ਪਰ ਇਹਦਾ ਅਰਥ ਅਸੀਂ ਉਹ ਫਾਰਸੀ ਦੇ ਸ਼ਬਦ ਵਾਲੀ ਕਰਾਂਗੇ ਵੀ ਸਿਆਣੇ, ਸੁਗੜਵਾਨ, ਜਿਹੜੇ ਨਾਮ ਜਪਦੇ ਹਨ। ਹੋ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੀ। ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਗੁਰੂ ਦੇ ਬਚਨ ਅੰਦਰ ਸਮਾਏ ਹਨ। ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ। ਤੂੰ ਹੀ ਠਾਕੁਰ ਹੈ ਮੇਰਾ। ਸਾਹਿਬ ਵੀ ਸਾਹਿਬ ਦਾ ਅਰਥ ਮਾਲਕ, ਤੇ ਮੀਰਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਪਾਤਸ਼ਾਹ। ਚਲੋ ਇਹ ਸ਼ਬਦ ਤਾਂ ਬੜੀ ਵਾਰੀ ਆਪਣੇ ਬਾਣੀ 'ਚ ਬੜੀ ਆਇਆ ਜੀ, ਮੀਰਾ ਦਾਨਾ ਦਿਲ ਸੋਚ। ਇੱਕ ਸ਼ਬਦ ਬਾਬਰ ਲਈ ਵੀ ਆਇਆ, ਜਾਂ ਮੀਰ ਸੁਣਿਆ ਧਾਇਆ। ਮੀਰ ਦਰ ਤੇ ਪਾਤਸ਼ਾਹ, ਬਾਦਸ਼ਾਹ। ਇੱਥੇ ਪਰਮਾਤਮਾ ਨੂੰ ਕਹਿ ਰਹੇ ਤੁਸੀਂ ਠਾਕੁਰ ਹੋ, ਤੁਸੀਂ ਸਾਡੇ ਮਾਲਕ ਹੋ, ਤੇ ਸਾਡੇ ਪਾਤਸ਼ਾਹ ਵੀ ਤੁਸੀਂ ਹੋ। ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਹੇ ਪਰਮਾਤਮਾ, ਤੈਨੂੰ ਭਾਵੇ ਤੇ ਬੰਦਗੀ ਦੀ ਦਾਤ ਮਿਲਦੀ। ਤੂੰ ਗੁਣਾ ਦਾ ਸਾਗਰ ਹੈ, ਅਤ ਦਾ ਗਹਿਰ ਗੰਭੀਰ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਆਪੇ ਹਰ ਇੱਕ ਰੰਗ ਹੈ। ਵਾਹਿਗੁਰੂ ਜੀ ਇਸ ਦਾ ਪਾਠ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਹਰ ਦਾ ਅਰਥ ਇੱਥੇ ਕਰਾਂਗੇ ਆਪਾਂ ਪਰਮਾਤਮਾ, ਹਰ ਕੋਈ ਨਹੀਂ। ਆਪੇ ਹਰ, ਆਪੇ ਹਰੀ, ਇੱਕ ਰੰਗ ਹੈ,
एक रंग का अर्थ है निर्गुण, अपने आप ची एक सिर्फ, जिन्होंने एक ओंकार कल पढ़िया सी, निर्गुण। आपे बहुरंगी, बहुरंगी का अर्थ है बहु रूपां विच, फिर अर्थ होर सौखे ने, आपे ही एक रूप है निर्गुण। आपे ही बहुरंगी का अर्थ है सरगुण, बहु रूपां विच भी तू है ते इकल्ला भी तू है, जिन्हों इकवीं अष्टपदी विच आप जी कहते हो। महाराज जी के बचन सरगुण निर्गुण निरंकार सुन समाधि आप आपन किया नानका, आपे ही फिर जाप आ है वो तो। आपे हर एक रंग है, आपे बहुरंगी, आपे ही अनेकता विच, आपे ही तू इकल्ला है। जो तिस भावै नानका साई गल चंगी। जो परमात्मा तेनू पाउंदा है, धन गुरु रामदास कहते हैं ये नहीं जो मैनू चंगा लगता तू वो कर। साडी ये समस्या है कि जे मैनू जो चंगा लगता रब वो करे, ये कदी नहीं हो सकना। आपां ओदी खां विच हां मिलाइए, ना कि अपनी खां विच ओनू की तू हां मिला। महाराज कहते जो तेनू पाउंदा है, जे तेनू मौत पाउंदी है तो मौत आई, जे तेनू चंगा तो सानू भी चंगा। जे तेनू पाउंदा है बीमारी आई है तो फिर तेनू लगता चंगा सानू भी चंगा। ਇਹਦਾ मतलब कि आपां रब दी वाहिगुरू दी कीती ते कदी कटाक्ष ना करिए। आपे हर एक रंग है, आपे बहुरंगी, जो तिस भावै नानका साई गल चंगी। जो नू भांदा है, बाबा जी तो वार वार कहते हैं जदों आपां पाठ करने आ, जो तुद भावै साई भली कार। जे तेनू चंगा लगता असां तर्क क्यों करना, आपां तर्क करके अपने सिर एवें दोष लेना। जे तेनू चंगा लगता बस सच्ची जी समर्पित। महाराज कहते जो तुद भावै साई भली कार, तू सदा सलामत निरंकार। इत्थे सतगुरु ने सारी 22 प्रदेशां ने इस विच महाराज जी ने कृपा की। मैं यत्न किया हर तुख दे अर्थ करन दा, जिथे लोड़ पई सी व्याख्या की। अज कतक दा महीना प्रारंभ होया, उंज असी इस स्थान ते मत्था टेकन आए हैं। रोज़ भाई साहब होनी सारे गुरमुख कहते हैं गुरुद्वारा मंजी साहब दीवान स्थान, यही कहने हैं ना। मंजी साहब कित्थे वे, दीवान स्थान तो ये वे, दीवान है ना, दीवान स्थान है। रोज़ क्या जाता है गुरुद्वारा मंजी साहब दीवान स्थान। आप बाहर निकलोगे तो खब्बे हाथों गुंबद बनया मंजी साहब, तो वो थल्ले एक सिल लगी है, वो उत्ते लिखिया होया। देखो मैं अपने को कुछ नहीं कह रहा, ਉਹਦੇ ਤੇ ਲਿਖਿਆ है कि इस मंजी साहब के स्थान से धन गुरु अर्जुन देव जी ने 12 माह की बाणी उचारण की। जदों भी आप जाइए नहीं कि मैं देखना, किते भी जाओ जरूर उस थां ते खब्बे सज्जे 1-2 शब्द जो भी लिखे ने ध्यान नाल पढ़ो। मंजी साहब बाहर है, दीवान स्थान एक है। उस मंजी साहब तुसीं देखो लिखिया हुआ है, इत्थे 12 माह हजूर ने उचारण किया। थोड़ा जा मैं क्योंकि अपने को समा खैर करांगे आप। देखो जिहड़ी गुरु ग्रंथ साहब की बाणी है ना, जिथे दे विच राग ने, उत्थे जिहड़ी पुरानी कविता की काव सी, काव प्रबंध सी, वो भी गुरुदेव ने वरतिया। मैं एक दिन अर्ज की गुरु ग्रंथ साहब किन्ना जी आ पंजाब का फोक है, राजस्थान का फोक भी है। जिमें उदाहरण सुनियो, आप जी राग तो हैं, जदों वडहंस राग भी जाते हो तो उत्थे सरलेख होंदा घोड़ियाँ, तो घोड़ियाँ पंजाब का फोक है। लोक संगीत ही कह सकते हो तुसीं। जदों विआह हुंदा है तो बीबियाँ घोड़ियाँ गाउंदियां ने। मैं ये नहीं कह रहा भी तुसीं घोड़ियाँ गाओ, क्योंकि बाणी दे अर्थ करन लई। धी दा विआह हुंदा ते सुहाग गाए जांदे आ, ते भरा दीआं घोड़ियाँ गाईआं जांदियां। हजूर ने घोड़ियाँ की तर्ज लै लई कि लगे इस वडहंस विच जिहड़े तुसीं शब्द पढ़न लगे हो, इनू उस तर्ज विच गायो जिवें घोड़ियाँ गाईआं जांदियां। उस तो बाद आउंदियां जी अलाहणियाँ, आउणा मैं 12 माह ते अलाहणियाँ। अलाहणियाँ भी पंजाब का फोक है। चलो हुण तां चलो गुरमत मर्यादा च लिखिया ढाहां मारनियाँ, कलेश करने, स्यापे करने, वाल पुटने, ये कोई प्रवान नहीं। पर पुराने समय लोग की करते सन, जदों बंदा चढ़ाई कर जाता सी ना, तो बीबियां गोल कतारे च, मैं शब्द बड़ा पुराना जिहा वरतिया है, अशुद्ध जी
ਗੋਲਾਈ ਵਿੱਚ ਖੜੀਆਂ ਹੋ ਜਾਂਦੀਆਂ ਸਨ। ਜਾਂ ਆਉਂਦੀ ਸੀ ਮਿਰਾਸਨ ਤੇ ਜਾਂ ਆਉਂਦੀ ਸੀ ਨੈਣ। ਬਜ਼ੁਰਗ ਮਾਈਆਂ ਨੂੰ ਪਤਾ ਹੋਣਾ, ਨੈਣ ਖਲੋਂਦੀ ਸੀ ਵਿੱਚ ਜਾਂ ਮਿਰਾਸਨ। ਉਹ ਫਿਰ ਸਾਰਿਆਂ ਨੂੰ ਵੈਣ ਪਾ ਪਾ ਕੇ, ਅਲਾਣੀਆਂ ਪਾ ਕੇ ਪਿਟਾਉਂਦੀ ਸੀ, ਦੁਹੱਤੜ ਮਾਰਦੀਆਂ ਸਨ। ਸੱਚੀ ਇਹ ਵਿੱਚੋਂ ਪਿਟੀ ਨਹੀਂ ਕਰਾਉਂਦਾ ਮਾਸਟਰ, ਇਸ ਤਰ੍ਹਾਂ ਉਹ ਪਿਟੀ ਕਰਾਉਂਦੀ ਸੀ ਬੀਬੀਆਂ ਦੀ ਪੂਰੀ। ਕਦੀ ਉਹ ਵੀ ਉਹਨਾਂ ਦੀ ਰੀਤ ਸੀ ਜੀ, ਸੀਨੇ ਤੇ ਪੱਟਾਂ ਤੇ ਜਿਹੜੀ ਬੇਸੁਰੀ ਵਿੱਚ ਹੁੰਦੀ ਸੀ ਰੋਣ ਲੱਗਿਆ, ਉਹਨੂੰ ਕਹਿੰਦੀ ਨਿਕਲ ਜਾ ਬਾਹਰ, ਤੈਨੂੰ ਅਲਾਣੀ ਪਾਣੀ ਵੀ ਨਹੀਂ ਆਉਂਦੀ। ਅਸਲ 'ਚ ਉਹ ਇੱਕ ਲੈ ਸੀ। ਗੁਰੂ ਸਾਹਿਬ ਨੇ ਉਹ ਵੀ ਲੈ ਲਿਆ, ਕਹਿਣ ਲੱਗਿਆ ਝੂਠੀਆਂ ਅਲਾਣੀਆਂ ਦੀ ਥਾਂ ਮਰਨਾ ਸਭ ਨੇ ਮੈਂ। ਇਸ ਬਾਣੀ ਨੂੰ ਉਸ ਤਰ੍ਹਾਂ ਗਾਇਓ ਜਿਵੇਂ ਮਰਨ ਤੋਂ ਬਾਅਦ ਅਲਾਣੀਆਂ ਗਾਈਆਂ ਜਾਂਦੀਆਂ। ਤਰਜ ਲਈਏ, ਅਲਾਣੀਆਂ ਨਹੀਂ ਲਈਆਂ। ਉਹ ਅਲਾਣੀਆਂ ਤਾਂ ਆਪਣੀਆਂ ਨੇ। ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ। ਅਸੀਂ ਕਰ ਹਲੇ ਪੜ੍ਹਨੇ ਗੁਰੂ ਗ੍ਰੰਥ ਸਾਹਿਬ 'ਚ, ਉਹ ਵੀ ਰਾਜਸਥਾਨ ਦਾ ਫੋਕ ਹੈ। ਵਣਜਾਰਾ ਪੜ੍ਹਦੇ ਹੋ, ਇਹ ਵੀ ਫੋਕ ਹੈ। ਗੁਰੂ ਸਾਹਿਬ ਨੇ ਕੀ ਕੀਤਾ, ਜਿਹੜੀਆਂ ਪੁਰਾਤਨ ਰੀਤਾਂ ਸਨ ਇੱਥੇ, ਉਹਨਾਂ ਨੂੰ ਸਾਰੀਆਂ ਨੂੰ ਢਾਲ ਦਿੱਤਾ ਰੂਹਾਨੀ ਤੌਰ 'ਤੇ। ਹੁਣ 12 ਮਾਹ ਜਿਹੜੇ ਨੇ, ਜੇ ਪੰਜਾਬੀ ਵਿੱਚ ਵੇਖੋ, ਪ੍ਰੋਫੈਸਰ ਪਿਆਰਾ ਸਿੰਘ ਪਦਮ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜੇ ਰੂਹਾਨੀ 12 ਮਾਹ ਕਿਸੇ ਨੇ ਕਿਹਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਜਿਹੜਾ ਤੁਖਾਰੀ ਰਾਗ ਵਿੱਚ ਹੈ। ਉਹਨਾਂ ਨੇ 112 ਮਾਹ ਇਕੱਠੇ ਕਰਕੇ ਕਿਤਾਬ ਲਿਖੀ। ਮੈਂ ਨਾਂ ਲੈਣ ਤੋਂ ਗੁਰੇਜ਼ ਨਹੀਂ ਕੀਤਾ ਕਿ ਜਿਸ ਦੀ ਮਿਹਨਤ ਹੋਵੇ, ਇਹ ਨਾ ਆਪਣੀ ਕੌਮੇ ਬਣਾਈ, ਉਹਦਾ ਨਾਮ ਜ਼ਰੂਰ ਲਿਆ ਕਰੀਏ, ਭਾਵੇਂ ਇੱਕ ਸਤਰ ਵੀ ਉਹਦੀ ਕੋਟ ਕਰੀਏ, ਮਿਹਨਤ ਹੈ। ਉਹਨਾਂ ਨੇ 112 ਮਾਹ ਇਕੱਠੇ ਕੀਤੇ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਸਮੇਂ ਦੇ ਸਰਲੇਖ ਥੱਲੇ ਬਾਣੀ ਹੈ, ਹੈਡਿੰਗ ਸਮਾਂ ਹੈ। ਹੁਣ ਦਿਨ ਤੇ ਰਾਤ ਸਮਾਂ ਹੀ ਹੈ ਨਾ ਜੀ। ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਹ ਤੋਂ ਅਗਲੀ ਬਾਣੀ ਹੈ ਦਿਨ ਰੈਣ। ਸਤਿਗੁਰੂ ਨੇ ਉਹਦੇ ਵਿੱਚ ਜ਼ਿਕਰ ਕੀਤਾ ਹੈ। 6ਵੀਂ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਉਹ ਦਿਨ ਰਹਿਣ ਹੈ। 6 ਰੁੱਤਾਂ ਨੇ, ਇਹ ਵੀ ਸਮੇਂ ਨਾਲ ਰਿਲੇਟਡ ਨੇ। 6 ਰੁੱਤਾਂ ਵਿੱਚ ਗੁਰੂ ਨੇ ਬਾਣੀ ਉਚਾਰਨ ਕੀਤੀ ਰੁੱਤੀ ਕਰਕੇ। 4 ਪਹਿਰ ਨੇ, ਗੁਰੂ ਨੇ 4 ਪਹਿਰਾਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ। 7 ਵਾਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 7 ਵਾਰ, ਵਾਰ 7 ਕਹਿ ਕੇ ਕਬੀਰ ਸਾਹਿਬ ਤੇ ਧੰਨ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਤੇ ਗੁਰੂ ਅਮਰਦਾਸ ਨੇ ਬਾਣੀ ਉਚਾਰਨ ਕੀਤੀ। ਇਸੇ ਤਰ੍ਹਾਂ ਗੁਰਮੁਖੋ ਜਿਹੜਾ 12 ਮਾਹ ਆਪਾਂ ਪੜ੍ਹਨੇ ਆ, ਕਿਉਂਕਿ ਹਰਿਮੰਦਰ ਸਾਹਿਬ ਵਿੱਚ ਅੱਜ ਸੰਗਰਾਂਦ ਹੈ। ਮੈਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਰਾਂਦ ਲਫ਼ਜ਼ ਨਹੀਂ ਆਇਆ, ਸੰਕ੍ਰਾਂਤੀ ਤੋਂ ਹੀ ਬਣਿਆ। ਪਰ ਜੇ ਸਾਡੇ ਪੁਰਾਣੇ ਬਜ਼ੁਰਗ ਇੱਥੇ ਅੰਦਰ ਪੜ੍ਹਦੇ ਨੇ, ਕੋਈ ਗੁਨਾਹ ਨਹੀਂ, ਬੜੀ ਸਪਸ਼ਟ ਗੱਲ ਹੈ। ਉਂਝ ਵੈਸੇ ਅਸੀਂ ਕਹਾਂਗੇ ਕਿ ਜਿਹੜਾ ਮਹੀਨੇ ਵਾਲੇ ਦਿਨ ਮੱਥਾ ਟੇਕਣ ਆਇਆ, ਸੰਗਰਾਂਦ ਵਾਲੇ ਦਿਨ ਜੇ ਆਏ ਹਾਂ ਤੇ ਅਰਦਾਸ ਕਰੀਏ ਕਿ ਸਾਰਾ ਮਹੀਨਾ ਹੀ ਤੇਰੇ ਚਰਨਾਂ ਵਿੱਚ ਮੱਥਾ ਟੇਕਦਾ। ਮੇਰੀ ਬੇਨਤੀ ਹੈ। ਹੁਣ ਇਹ ਬਜਾਏ ਵੀ ਤੁਸੀਂ ਛੱਡ ਦਿਓ ਜੀ, ਇਹ ਨਹੀਂ ਜੀ, ਇਹ ਕੋਈ ਸਿਆਣੀ ਗੱਲ ਨਹੀਂ ਹੈਗੀ। ਹੁਣ ਹਰਿਮੰਦਰ ਸਾਹਿਬ ਤੁਸੀਂ ਦੇਖੋ, ਅੰਮ੍ਰਿਤ ਵੇਲੇ ਸਿੰਘ ਸਾਹਿਬ ਨੇ ਇਹ ਮਹੀਨੇ ਦਾ ਪਾਠ ਕੀਤਾ, ਆਸਾ ਦੀ ਵਾਰ ਤੋਂ ਬਾਅਦ ਕੀਤਾ, ਰਾਤ ਨੂੰ ਰਹਿਰਾਸ ਤੋਂ ਬਾਅਦ ਫਿਰ ਪਾਠ ਹੋਣਾ। 12 ਮਾਹ ਅਸਲ 'ਚ ਕੀ ਹੁੰਦਾ ਜੀ, ਜਿਹੜਾ ਇਹ ਪੱਛਮ ਦਾ ਕਾਵਿ ਹੈ, ਕਈ ਵਾਰੀ ਉਹ ਦੁਖਾਂਤ 'ਤੇ ਮੁੱਕਦਾ। ਜਿਹੜੇ ਸਿਆਣੇ ਪੋਇਟਰੀ ਨਾਲ ਸੰਬੰਧ ਰੱਖਦੇ ਆ, ਉਹ ਦੁਖਾਂਤ 'ਤੇ ਮੁੱਕਦਾ। ਪਰ ਜਿਹੜਾ ਪੂਰਬ ਦਾ ਹੈ ਜੀ, ਇਹ ਵਿਛੋੜੇ ਤੋਂ ਸ਼ੁਰੂ ਹੁੰਦਾ ਹੈ, ਵਿਛੋੜੇ ਵਿੱਚ ਬੇਬਲ ਹੁੰਦਾ ਹੈ ਤੇ ਇਹਦੀ ਸਮਾਪਤੀ ਆ ਕੇ ਮਿਲਾਪ 'ਤੇ ਹੁੰਦੀ ਹੈ। ਬਸ ਇਹ ਵੀ 12 ਮਾਹ ਇਹ ਹੀ ਹੈ ਜੀ। ਮਾਝ 12 ਮਾਹ ਵਿਛੋੜੇ ਤੋਂ ਸ਼ੁਰੂ ਹੁੰਦਾ ਜੀ ਤੇ ਮਿਲਾਪ 'ਤੇ ਸਮਾਪਤੀ ਹੋ ਜਾਂਦੀ। ਥੋੜਾ ਜਿਹਾ ਧਿਆਨ ਨਾਲ ਸੁਣੋ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਣ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਚੇਤ ਵਿਛੋੜਾ ਹੈ ਪਰ ਮਿਲਣ ਦਾ ਸਾਧਨ ਦੱਸਿਆ, ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ। ਫਿਰ ਸੁਣਿਓ, ਚੇਤ ਵਿੱਚ ਆਰੰਭਤਾ ਹੈ ਵਿਛੋੜੇ ਨੂੰ ਦੂਰ ਕਰਨ ਦੀ, ਤੇ ਫੱਗਣ ਵਿੱਚ ਕਹਾਣੀ ਫਤਿਹ ਹੋ ਗਈ, ਮਿਲ ਗਿਆ। ਫਲਗੁਣ ਆਨੰਦ ਉਪਾਰ ਜਾਣਾ ਕਰ ਸੱਜਣ ਪ੍ਰਗਟ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸਮੇਂ ਦੇ ਲਿਹਾਜ਼ ਨਾਲ ਮੈਂ ਬੇਨਤੀ ਕਰਾਂਗਾ, ਅੱਜ ਕੱਤਿਕ ਦਾ ਮਹੀਨਾ, ਚਲੋ ਸਿੱਧੇ ਪੰਜਾਬੀ 'ਚ ਅਸੀਂ ਚੇਤਰ ਕਹਿੰਦੇ ਹਾਂ, ਵਿਸਾਖ ਕਹਿੰਦੇ ਹਾਂ, ਹਾਸਾੜ ਨੂੰ ਹਾੜ ਕਹਿੰਦੇ ਹਾਂ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਕੱਤਿਕ। ਇਸ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕੱਤਿਕ ਦੇ ਮਹੀਨੇ ਵਿੱਚ ਸਤਿਗੁਰੂ ਪੂਰੀ ਮਾਨਵਤਾ ਨੂੰ ਕਹਿ ਰਹੇ ਨੇ
ਕੱਲੇ ਸਿੱਖ ਨਹੀਂ, ਪੂਰੀ ਦੁਨੀਆ ਨੂੰ ਕਹਿੰਦੇ ਨੇ ਇਹ ਅਟਲ ਸਚਾਈ ਹੈ। ਜੋ ਅਸੀਂ ਕਰਮ ਕਰਨੇ ਆ ਇਹਦਾ ਫਲ ਸਾਨੂੰ ਹੀ ਮਿਲਣਾ ਹੈ। ਆਪਣੇ ਕਰਮਾਂ ਦਾ ਦੋਸ਼ ਕਿਸੇ ਦੂਜੇ ਨੂੰ ਨਾ ਦਿਓ। ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਤੁਸੀਂ ਭੁਲਾ ਹੀ ਦਿੱਤਾ ਕਿ ਜੀਵੋ, ਫਿਰ ਰੋਗ ਵਿਆਪਦੇ ਆ। ਇਹ ਕਰਮ ਆਪਣੇ ਕੀਤੇ ਹੁੰਦੇ ਆ। ਮੈਂ ਚਲੋ ਅੱਜ ਸਮਾਂ ਨਹੀਂ, ਫਿਰ ਕਦੀ ਆਵੇਗਾ, ਪਰ ਕਰਨਾ ਆਉਣ ਵਾਲੇ ਦਿਨਾਂ 'ਚ ਗੁਰੂ ਘਰ 'ਚ ਕਰਮ ਫਿਲਾਸਫੀ ਮੰਨੀ ਹੈ। ਜੋ ਕਰਨੇ ਆ ਉਹ ਭੁਗਤਣਾ ਪੈਣਾ ਹੈ, ਪਰ ਇੱਕ ਹੋਰ ਕਿਰਪਾ ਵਿੱਚ ਰੱਖੀ, ਉਹ ਨਦਰ ਮਿਹਰ। ਕਰਮ ਭੁਗਤਣਾ ਪੈਣਾ ਹੈ। ਜੇ ਤੇਰੀ ਕਿਰਪਾ ਹੋ ਜਾਏ ਤੇ ਕਰਮ ਤੂੰ ਸਾੜ ਕੇ ਰੱਖ ਦੇਣਾ। ਕਿਰਪਾ ਕਰਮਾਂ ਤੋਂ ਵੱਡੀ ਹੁੰਦੀ ਹੈ ਜੀ। ਕਿਰਪਾ ਤਾਂ ਸਾਰੇ ਕਰਮ ਸਾੜ ਦਿੰਦੀ, ਪਰ ਇੱਥੇ ਵੀ ਜੋ ਤੂੰ ਕਰ ਰਹੇ ਹੈ ਕਿਸੇ ਦੂਜੇ ਨੂੰ ਦੋਸ਼ ਦੇਈ ਜਾਏ। ਮਹਾਰਾਜ ਨੇ ਤਾਂ ਹੀ ਕਿਹਾ, ਕਹਿਣ ਲੱਗੇ ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜੈ ਅਵਰ ਜਾਣਾ। ਬੀਜ ਨਾ ਤੂੰ ਕਿੱਕਰ ਪਿਆ ਫਰੀਦ ਸਾਹਿਬ। ਲੋੜਾਂ ਦਾਖ ਬਜੂਰੀਆਂ, ਬਜੋਰ ਦੀਆਂ ਦਾਖਾਂ ਭਾਲਨੇ। ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਬੀਜ ਨਾ ਕਿੱਕਰੇ ਤੇ ਮੰਗਣਾ ਤੂੰ ਦਾਖਾਂ ਗਏ, ਕੱਤ ਦਾ ਉਨ ਗਏ ਤੇ ਮੰਗਣਾ ਰੇਸ਼ਮ। ਜੋ ਕੱਤਿਆ ਉਹੀ ਪਾਣਾ ਪੈਣਾ, ਜੋ ਬੀਜਿਆ ਉਹ ਖਾਣਾ ਪੈਣਾ। ਇਸੇ ਨੂੰ ਮਹਾਰਾਜ ਨੇ ਕਿਹਾ, ਬੀਜੈ ਵੇਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ। ਇਹ ਕਾਹਦਾ ਇਨਸਾਫ? ਕਰਤ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗੋ। ਤੋਂ ਭੁੱਲ ਕੇ ਸਾਰੇ ਰੋਗ ਵਿਆਪਦੇ ਹਨ। ਵਿਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਪ੍ਰਭੂ ਤੋਂ ਬੇਮੁਖ ਹੋ ਕੇ ਨਾਮ ਨੂੰ ਭੁਲਾ ਦਈਏ, ਫਿਰ ਜਨਮਾਂ ਜਨਮਾਂ ਦਾ ਵਿਜੋਗ ਵਿਛੋੜਾ ਵਿਆਪਦਾ ਹੈ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਮਾਇਆ ਵਾਲੇ ਭੋਗ ਸਨ, ਚਾਹੇ ਉਹ ਖਾਣ ਦਾ ਸੀ, ਪਾਣ ਦਾ ਸੀ, ਖੰਡਾਨ ਦਾ ਸੀ, ਉਹ ਸਾਰੇ ਜ਼ਹਿਰ ਬਣ ਗਏ ਜਦੋਂ ਰੱਬ ਨੂੰ ਭੁਲਾ ਦਿੱਤਾ। ਇੱਕ ਖਿਨ ਲੱਗਾ। ਮਹਾਰਾਜ ਕਹਿੰਦੇ ਨੇ, ਇੱਕ ਖਿਨ ਦੇ ਅੰਦਰ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਸਾਰੇ ਮਾਇਆ ਦੇ ਭੋਗ ਜਿਹੜੇ ਨੇ ਪਿਆਰਿਓ ਅੱਤ ਦੇ ਜ਼ਹਿਰ ਹੋ ਗਏ ਹਨ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕਰਮ ਤੂੰ ਕੀਤੇ ਨੇ, ਕਿਹੜਾ ਵਿਚੋਲਾ ਤੇਰੇ ਵਿੱਚ ਆਏਗਾ? ਤੂੰ ਕਿੱਥੇ ਰੋਜ਼ ਰੋਣੇ ਰੋਏਗਾ, ਕਿਉਂਕਿ ਤੇਰੇ ਕਰਮਾਂ ਨੇ ਤੈਨੂੰ ਵਿਛੋੜਿਆ ਹੈ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਆਪਣਾ ਕੀਤਾ ਕੁਛ ਨਹੀਂ ਹੋਵੇਗਾ, ਜੋ ਧੁਰ ਪਰਮਾਤਮਾ ਨੇ ਸੰਜੋਗ ਲਿਖੇ ਹਨ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ। ਇੱਥੇ ਦੇਖਿਓ, ਮੇਰੀ ਗੱਲ ਧਿਆਨ ਨਾਲ ਸੁਣਿਓ, ਅਸੀਂ ਅਰਥ ਕਰ ਲੈ ਨਾ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੁਣ ਇੱਥੇ ਅੱਗੇ ਮਹਾਰਾਜ ਕਹਿੰਦੇ ਆ ਕਿ ਗੁਰਮੁਖੋ, ਉਹ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਮਿਲਾਪ ਹੋ ਜਾਏ। ਦੁਬਾਰਾ ਪੜੋ ਤੋਂ ਪੀਏ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ। ਕਰਮ ਦਾ ਦੁੱਖ ਹੈ, ਸੱਚੀ ਮੁੱਚੀ ਦੁੱਖ ਬਹੁਤ ਹੈ। ਜੇ ਵੱਡਿਆਂ ਭਾਗਾਂ ਨਾਲ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ ਨਾ, ਇਹ ਸਾਰੇ ਕਰਮ ਸਾੜ ਕੇ ਰੱਖਦਾ ਹੈ। ਰਾਹ ਦੱਸ ਦਿੱਤਾ ਸਾਨੂੰ, ਕਿਉਂਕਿ ਉਹਦੀ ਕਿਰਪਾ ਹੋ ਜਾਏ ਤੇ ਸਭ ਕੁਝ ਸਿੱਧਾ ਹੋ ਜਾਂਦਾ ਹੈ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਇਹ ਮੇਰੇ ਪਰਮਾਤਮਾ ਜੀ, ਗੁਰੂ ਅਰਜਨ ਸਾਹਿਬ ਕਹਿੰਦੇ ਆ, ਸਾਨੂੰ ਤੁਸੀਂ ਰੱਖ ਲਓ, ਕਿਉਂਕਿ ਤੁਸੀਂ ਬੰਦ ਖਲਾਸੀ ਕਰਾਉਣ ਵਾਲੇ ਹੋ, ਤੁਸੀਂ ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ। ਕਤਿਕ ਹੋਵੇ ਸਾਧ ਸੰਗ ਬਿਨ ਸਹੇ ਸਭੇ ਸੋਚ। ਕਤਕ ਸਹੀ ਅਰਥਾਂ ਵਿੱਚ ਸਾਧ ਸੰਗਤ ਕਰੋ। ਮਹਾਰਾਜ ਕਹਿੰਦੇ, ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਜਿੰਨੀਆਂ ਚਿੰਤਾ ਨੇ, ਝੋਰੇ ਨੇ, ਕਰਮਾਂ ਦਾ ਫਲ ਹੈ, ਇਹ ਸਾਰਾ ਮੁੱਕ ਜਾਏਗਾ। ਕੱਤੇ ਵਿੱਚ ਸਤ ਸੰਗਤ ਕਰਿਆ ਕਰੋ। ਮਹਾਰਾਜ ਕਹਿੰਦੇ, ਸਿਮਰਨ ਕਰੋ, ਬਾਣੀ ਪੜੋ। ਸਿੱਧੀ ਜੀ ਗੱਲ ਜੀ, ਕਰਮ ਹੈ
ਜੋ ਬੀਜਨੇ ਉਹ ਕੱਟਣਾ ਪੈਣਾ ਹੈ। ਆਪਾਂ ਰੋਜ਼ ਪੜ੍ਹਨੇ ਪੁੰਨੀ ਪਾਪੀ ਆਖਾਂ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ। ਜੇਗਾ ਬੀਜੈ ਸੋਲ ਲੁਣਾ ਕਰਮਾ ਸੰਦੜਾ ਖੇਤ। ਪਰ ਗੁਰੂ ਸਾਹਿਬ ਨੇ ਇਹਦੇ ਨਾਲ ਇੱਕ ਹੋਰ ਗੱਲ ਕਹਿ ਦਿੱਤੀ ਕਿ ਜੇ ਪਰਮਾਤਮਾ ਦਇਆ ਕਰੇ ਆਪਣੇ ਚਰਨਾਂ ਨਾਲ ਜੋੜ ਲੈਣ ਤੇ ਜੁੜਨ ਦਾ ਤਰੀਕਾ ਹੈ ਸਾਧ ਸੰਗਤ। ਸਾਰੀਆਂ ਚਿੰਤਾ ਝੋਰੇ ਮੁੱਕ ਜਾਂਦੇ ਨੇ ਜਦੋਂ ਪਰਮੇਸ਼ਵਰ ਨੂੰ ਕੋਈ ਯਾਦ ਕਰਦਾ ਹੈ। ਅੱਜ ਇੰਨੇ ਅਰਥ ਕਰਦੇ ਹਾਂ, ਲਫ਼ਜ਼ ਤਲਫ਼ਜ਼ ਕੋਈ ਅਰਥ ਅੱਗੇ ਪਿੱਛੇ ਹੋ ਗਿਆ ਹੋਵੇ, ਆਪ ਸਾਧ ਸੰਗਤ ਦੀ ਬਖਸ਼ ਦੇਣਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਣਾ, ਇਹ ਮੈਂ ਰੋਜ਼ ਬੇਨਤੀ ਕਰਨੀ। ਗੁਰੂ ਰਾਮਦਾਸ ਦੇ ਘਰ 'ਚ ਆਇਓ ਦੂਰੋਂ, ਆਓ ਅੰਮ੍ਰਿਤ ਦੀ ਦਾਤ ਲਵੋ, ਰਹਿਤ ਧਾਰੀ ਹੋਈਏ, ਅੰਮ੍ਰਿਤ ਧਾਰੀ ਹੋਈਏ, ਨਿਤ ਨਿਮੀ ਹੋਈਏ। ਆਓ ਹਜ਼ੂਰ ਦੇ ਅੱਜ ਦੇ ਬਚਨ ਸਰਵਣ ਕਰੋ ਜੀ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ